देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सरदार नरिंदरपाल सिंह। सरदार साहब, अज किसानों वालों रेल रोकण का प्रोग्राम है जी, लेकिन इस मौके ते टकैत ने राकेश टकैत साहब वालों एक अनोखा ऐलान किया गया जिसका अगे जिक्र करांगे। लेकिन दूजे बन्ने कैप्टन अमरिंदर सिंह नूं मुड़ के लॉन्च करने की मुहिम अज ही शुरू की जाए, अज ही शुरू कर ये समझ नहीं आई कि कल दी जेतू रथ तो बाद एकदम 2022 की तैयारी विढ़ देनी, ये की संकेत करता है? पंजाबियों लिए संकेत ने या हाई कमांड लिए संकेत ने? हाँ। कि विरल नहीं देनी, मतलब कोई होर फैसला करते फिरो। ते इस तो अगे जे तुरदे आ ते अकाली दल नाल संबंधित मामलिਆਂ ਦੇ ਵਿੱਚ भी ਤੁਸੀਂ ਐਨਕ ਪੁੱਠੀ ਸਿੱਧੀ ਕਰਕੇ ਵੇਖੋਗੇ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਹੁਣ ਰੇਸ ਕਿਵੇਂ ਦੀ ਹੋਊਗੀ। ਬਿਲਕੁਲ ਹੁਣ ਜਦੋਂ ਇੱਕ ਪਾਸੇ ਇੱਕ ਜਵਾਈ ਪਰਿਵਾਰ ਦਾ ਗੈਰ ਹਾਜ਼ਰ ਹੋ ਗਿਆ ਜੀ ਮਾਝੇ ਦੇ ਵਿੱਚੋਂ, ਬਿਲਕੁਲ, ਤੇ ਦੂਜਾ ਇੱਕ ਕਰੀਬੀ ਰਿਸ਼ਤੇਦਾਰ ਜੀ ਉੱਭਰ ਕੇ ਸਾਹਮਣੇ ਆ ਗਿਆ। ਉਹੀ ਸਮੀਕਰਨ ਅੱਗੇ ਜਾ ਕੇ ਦੇਖਣੇ ਹੋਣਗੇ ਕਿ ਜਦੋਂ ਇਹ ਕਰੀਬੀ ਰਿਸ਼ਤੇਦਾਰ ਜਿਹਨੇ ਮਾਝੇ ਦੇ ਵਿੱਚ ਆਪਣੇ ਆਪ ਨੂੰ ਮੁੜ ਕੇ ਸਥਾਪਿਤ ਕੀਤਾ ਹੈ, ਜਿਹਨੂੰ ਪਿਛਲੀਆਂ ਸਫਾ ਵੱਲ ਧੱਕਿਆ ਜਾ ਰਿਹਾ ਸੀ, ਉਹ ਮੁੜ ਕੇ ਉੱਭਰ ਕੇ ਸਾਹਮਣੇ ਆਇਆ। ਤੇ ਉਹ ਜਦੋਂ ਬਠਿੰਡੇ ਦੇ ਵਿੱਚ ਪਾਰਲੀਮੈਂਟਰੀ ਜਿਹੜੀ ਚੋਣ ਸੀ ਉਸ ਮੌਕੇ ਤੇ ਮੂਹਰਲੀ ਸਫਾ 'ਚ ਸੀ ਤੇ ਉੱਥੇ ਜਿੱਤ ਦਰਜ ਹੋ ਜਾਂਦੀ ਹੈ। ਤੇ ਉਹੀ ਜਿੱਤ ਅੱਜ ਜਿਹੜੀ ਜਦੋਂ मनप्रीत बादल के खाते च पै जाती है निगम चोणां मौके 53 साल बाद जी अकाली दल जिहड़ा हार जांदा उत्थों। और इस तो जे थोड़ा जिहा अगे जाओगे तां फिर तुहानूं सिख कौम नाल संबंधित एक अहम दिन मौके केंद्र दा हत्थ पिछां खिंचना और वो हत्थ पिछां खिंचण दे दित्ते कारणा तक जाना, गल एक नहीं होगी, गल कई होणगीਆਂ। ਜਦੋਂ ਅਕਾਲ ਤਖਤ ਦੇ ਜਥੇਦਾਰ ਦਾ ਇੱਕ ਪਹਿਲੂ ਸਾਹਮਣੇ ਆਉਂਦਾ, ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇੱਕ ਆਪਣਾ ਪੱਖ ਦਿੰਦੇ ਆ, ਕੇਂਦਰ ਦੀ ਆਲੋਚਨਾ ਕਰਦੇ ਆ, ਤਾਂ ਇਹ ਵੀ ਦੇਖਣਾ ਹੋਊਗਾ ਕਿ ਇੰਨੀ ਦਿਨੀ ਪੰਜਾਬ ਔਰ ਕੇਂਦਰ, ਸਿੱਖਾਂ ਔਰ ਕੇਂਦਰ ਦਰਮਿਆਨ ਬਣਦੇ ਵਿਗੜਦੇ ਰਿਸ਼ਤੇ ਸਾਹਮਣੇ ਨੇ। ਪੰਜਾਬ ਦੀ ਗੱਲ ਨਾ ਕਰੀਏ, ਅਕਾਲੀ ਦਲ ਤੇ ਭਾਜਪਾ ਦੇ ਬਣਦੇ ਵਿਗੜਦੇ ਰਿਸ਼ਤਿਆਂ ਦੀ ਗੱਲ ਕਰੀਏ। ਬਿਲਕੁਲ, ਲੇਕਿਨ ਨਹੀਂ, ਇਸ ਤੋਂ ਵੀ ਅੱਗੇ ਦਿੱਲੀ ਦੇ ਵਿੱਚ, ਦਿੱਲੀ ਦੇ ਬਾਰਡਰਸ ਦੇ ਉੱਤੇ ਸਿੱਖ ਬੈਠੇ ਨੇ ਬਹੁਤ ਗਿਣਤੀ 'ਚ, ਯੂਪੀ ਤੋਂ ਆਉਣ ਵਾਲੇ ਵੀ ਕਾਫੀ ਸਿੱਖ ਨੇ। ਘੋਲ ਕਿਸਾਨੀ ਦਾ ਹੈ ਲੇਕਿਨ ਚਿਹਰਾ ਜਿਹੜਾ ਉਹ ਦਸਤਾਰ ਦਾ ਹੈ। ਹੁਣ ਉਹਦਾ ਅਸਰ ਹੋ ਰਿਹਾ ਜਾਂ ਸੱਚਮੁੱਚ ਕੋਈ ਥ੍ਰੈਟ ਸੀ? ਇਹ ਬੜਾ ਵੱਡਾ ਸਵਾਲ ਆ ਕਿ ਕੀ ਪਾਕਿਸਤਾਨ ਦੇ ਵਿੱਚ ਸਿੱਖ ਜਥੇ ਨੂੰ ਕੋਈ ਖਤਰਾ ਸੀ? ਕੀ ਇੰਟੈਲੀਜੈਂਸ ਦੀਆਂ ਇਨਪੁਟਸ ਸੀ? ਕੀ ਇਹ ਇਨਪੁਟਸ ਪ੍ਰਧਾਨ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਵੱਡੇ ਅਹੁਦੇਦਾਰ ਨਾਲ ਕੇਂਦਰ ਜਾਂ ਗ੍ਰਹਿ ਮੰਤਰਾਲਾ ਸਾਂਝੀਆਂ ਕਰੂਗਾ? ਜਾਂ ਇਹ ਉਹ ਨੁਕਤਾ ਹੈ ਕਿ ਜਦੋਂ ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਇਸ ਹਿੰਦੁਸਤਾਨ ਦੀ ਕਿਸਾਨੀ ਲਹਿਰ ਨੂੰ ਸਪੋਰਟ ਦੇ ਰਹੇ ਨੇ। ਬਿਲਕੁਲ, ਔਰ ਇੱਕ ਹੋਰ ਪਹਿਲੂ ਜਿਹਨੂੰ ਖੂਬਸੂਰਤੀ ਨਾਲ ਦੇਖਣਾ ਬਣਦਾ ਹੈ ਉਹ ਇਹ ਹੈ ਕਿ ਦਿੱਲੀ ਦੀ ਇੱਕ ਅਦਾਲਤ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਤੁਸੀਂ देश ਧਰੋਹ ਨਾਲ ਸੰਬੰਧਿਤ ਮਾਮਲੇ ਹਰੇਕ ਤੇ ਫਿੱਟ ਨਹੀਂ ਕਰ ਸਕਦੇ। ਜਿਹੜੇ ਲੋਕ ਅਸੰਤੁਸ਼ਟ ਨੇ, ਜਿਹੜੇ ਲੋਕ ਸੰਤੁਸ਼ਟ ਨਹੀਂ ਅੰਦੋਲਨ 'ਚ ਨੇ, ਉਹਨਾਂ ਨੂੰ ਇਸ ਟੈਗ ਨਾਲ ਨਹੀਂ ਬੰਨਿਆ ਜਾ ਸਕਦਾ। ਬਿਲਕੁਲ, ਔਰ ਇਹਦੇ ਨਾਲ ਇੱਕ ਹੋਰ ਜੁੜਦੀ ਖਬਰ ਹੈ ਕਿ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਸੰਸਦੀ ਕਮੇਟੀ ਹੈ ਕੋਈ, ਉਹ ਕਹਿੰਦੀ ਕਿ ਭਾਰਤ ਇੱਕ ਖੂਬਸੂਰਤ ਚਮਕਦਾਰ ਲੋਕਤੰਤਰ ਵਜੋਂ ਪੇਸ਼ ਕੀਤਾ ਜਾਏ, ਜਾਂਚ ਇਸ ਢੰਗ ਨਾਲ ਕੀਤੀ ਜਾਏ। ਲੇਕਿਨ ਦੂਸਰੇ ਪਾਸੇ यूनिवर्सिटी ਦੀਆਂ ਕੁਝ ਵਿਦਿਆਰਥਣਾਂ ਨੇ, ਰਿਸਰਚ ਸਕਾਲਰ ਨੇ, ਪਰ ਤੁਸੀਂ ਉਹ ਗੱਲ ਕਰੋ ਉਸ ਤੋਂ ਪਹਿਲਾਂ ਮੈਂ ਇਹ ਕਹਿ ਦਿਆਂ ਕਿ ਚਮਕ ਇੰਨੀ ਨਾ ਹੋਵੇ ਕਿ ਵੇਖਣਾ ਔਖਾ ਹੋ ਜਾਏ। ਬਿਲਕੁਲ, ਚਮਕ ਅੱਖਾਂ ਚੰਦਿਆਉਣ ਵਾਲੀ ਨਾ ਹੋਵੇ ਕਿ ਤੁਸੀਂ ਖੂਹ ਚ ਡਿੱਗ। ਬਿਲਕੁਲ, ਲੇਕਿਨ ਉਹ ਵਿਦਿਆਰਥਣਾਂ ਕਹਿ ਰਹੀਆਂ ਨੇ ਕਿ ਤੁਸੀਂ ਉੱਚੇ ਅਹੁਦੇ ਤੇ ਬੈਠੇ ਹੋ ਤੇ ਇੰਨੇ ਵੀ ਕਿਸੇ ਅੰਦੋਲਨ ਪ੍ਰਤੀ ਅਸੰਵੇਦਨਸ਼ੀਲ ਨਾ ਹੋ ਜਾਓ ਕਿ ਤੁਹਾਨੂੰ ਹਰ ਇੱਕ ਬੰਦਾ ਜਿਹੜਾ ਤੁਹਾਡਾ ਦੁਸ਼ਮਣੀ ਨਜ਼ਰ ਆ ਰਹੇ, ਪਰਜੀਵੀ ਨਜ਼ਰ ਆਵੇ। ਦੋਸਤੋ, ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਚਰਚਾ ਬਣਦੀ ਆ। ਤੁਸੀਂ ਆਪਣਾ ਵਿਊ ਪੁਆਇੰਟ ਜ਼ਰੂਰ ਸਾਨੂੰ ਦਿਆ ਕਰੋ। ਤੁਸੀਂ ਸਾਡੇ ਨਾਲ ਜੁੜਦੇ ਹੋ, ਸਾਡੀ ਹੌਸਲਾ ਅਫਜ਼ਾਈ ਹੁੰਦੀ ਆ। ਆਪਣਾ ਪੱਖ ਰੱਖੋ, ਉਹਨੂੰ ਡਿਸਕਸ ਕੀਤਾ ਜਾ ਸਕਦਾ ਹੈ। ਮੈਂ ਸਭ ਤੋਂ ਪਹਿਲਾਂ ਜਿਹੜੀ ਇਹ ਸਿਵਿਕ ਪੋਲ ਇਹਦੇ ਤੋਂ ਅੱਗੇ ਤੁਰਨਾ ਚਾਹਾਂ ਤੇ ਅੱਜ ਦੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਕੇ ਤਾਜਪੋਸ਼ੀ 2022 ਲਈ ਉਹਦਾ ਮੁੱਢ ਬੰਨਿਆ ਜਾ ਰਿਹਾ। ਪ੍ਰਦੇਸ਼ ਕਾਂਗਰਸ ਅਧਿਕਸ਼ ਜਿਹੜੇ ਪ੍ਰਧਾਨ ਸੁਨੀਲ ਜਾਖੜ ਆ, ਉਹ ਕਹਿੰਦੇ ਆ ਕਿ ਕੈਪਟਨ ਲਈ 2022 ਇਹ ਕੰਪੇਨ ਇੱਕ ਬੰਨੇ
ਜਿਹੜੇ ਸੋਨੀਆ ਗਾਂਧੀ ਦੇ ਦਰਬਾਰ 'ਚ ਨਵਜੋਤ ਸਿੰਘ ਸਿੱਧੂ ਤਲਬ ਕੀਤੇ ਜਾਂਦੇ ਜਾਂ ਹਾਜ਼ਰ ਹੁੰਦੇ, ਉਸ ਤੋਂ ਬਾਅਦ ਹਰੀਸ਼ ਰਾਵਤ ਮੁੱਖ ਮੰਤਰੀ ਨਾਲ ਡਿਨਰ ਤੇ ਬਹਿੰਦੇ ਆ। ਅਜੇ ਜਮਾ ਘਟਾਓ ਹੋ ਹੀ ਰਹੇ ਸੀ ਕਿ ਸਿਤਾਰਾ ਕੈਪਟਨ ਦਾ ਫਿਰ ਚਮਕਦਾ ਹੈ, ਸਿੱਧੂ ਦਾ ਗਰਦਸ਼ ਚਲੇ ਜਾਂਦਾ ਹੈ। ਜਿਹੜੀ ਗੱਲ ਨੈਗੋਸੀਏਸ਼ਨ ਵੱਲ ਤੁਰਦੀ ਪਈ ਸੀ ਉਹ ਗੱਲ ਧੌਂਸ ਵੱਲ ਆਉਂਦੀ ਹੈ ਕਿ ਹੁਣ ਤੁਸੀਂ ਬਾਹ ਮਰੋੜ ਕੇ ਸਿੱਧੂ ਦੀ ਤਾਜਪੋਸ਼ੀ ਨਹੀਂ ਕਰਾ ਸਕੋਗੇ ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਮਨਵਾਉਣ ਲਈ ਅੱਗੇ ਨਾਲੋਂ ਤਾਕਤਵਰ ਹੋਏ ਆ। ਪਰ ਐਡੀ ਕਿਹੜੀ ਕਾਲੀ ਆ, 2022 ਤੋਂ ਪਹਿਲਾਂ ਇੱਕ ਕਿਸਾਨੀ ਘੋਲ ਚ ਪੰਜਾਬ ਹੈ। 2022 ਤੋਂ ਪਹਿਲਾਂ ਤੁਸੀਂ 2017 ਤੋਂ 22 ਤੱਕ ਦਾ ਹਿਸਾਬ ਦੇਣਾ ਹੈ। ਤੁਸੀਂ ਕੀਤੇ ਪ੍ਰੋਮਿਸਸ ਨੂੰ ਕਿੱਥੋਂ ਤੱਕ ਨਿਭਾ ਪਾਏ, ਅਜੇ ਤੱਕ ਉਹ ਚੋਂ ਪੂਣੀ ਵੀ ਕੱਤੀ ਹੈ ਕਿ ਨਹੀਂ, ਇਹ ਦੇਖਣਾ ਬਣਦਾ ਹੈ। ਲੇਕਿਨ ਅਗਲਾ ਸਵਾਲ ਕਿ ਬੀਜੇਪੀ ਨੇ ਇੱਕ ਲੜਾਈ ਦੇ ਵਿੱਚੋਂ, ਕਿਉਂਕਿ ਅਸੀਂ ਡਿਬੇਟ 'ਚ ਜਾਵਾਂਗੇ, ਗੱਲਬਾਤ ਕਰ ਰਹੇ ਹਾਂ, ਲੇਕਿਨ ਮੈਂ ਨੁਕਤੇ ਸਪਸ਼ਟ ਕਰ ਦਿਆਂ ਕਿ ਬੀਜੇਪੀ ਨੇ ਜਿਹੜੀ ਲੜਾਈ ਕਿਸਾਨੀ ਬਿੱਲਾਂ ਦੇ ਸੰਬੰਧ 'ਚ ਪੰਜਾਬ 'ਚ ਛੇੜ ਕੇ ਰੱਖੀ ਸੀ, ਜਿਹਦੇ ਵਿੱਚ ਇਹ ਸਮਝ ਸੌਖਿਆਂ ਆਉਣ ਦਾ ਯਤਨ ਹੋ ਰਿਹਾ ਸੀ ਕਿ ਸ਼ਾਇਦ ਸ਼ਹਿਰੀਕਰਨ ਔਰ ਜਿਹੜਾ ਧਰੁਵੀਕਰਨ ਹੈ ਵੋਟਾਂ ਦਾ, ਪੋਲਰਾਈਜੇਸ਼ਨ ਹੈ, ਉਹਦੇ ਚੱਲਦਿਆਂ ਬੀਜੇਪੀ ਸ਼ਹਿਰਾਂ 'ਚ ਇੱਕ ਮਹੱਤਵਪੂਰਨ ਭੂਮਿਕਾ 'ਚ ਹੋਊਗੀ। ਉਹ ਇੱਕ ਧਿਰ ਬਣ ਕੇ ਉਭਰੂਗੀ। ਅਕਾਲੀ ਦਲ ਨਾਲ ਵੱਖ ਹੋਣ ਤੋਂ ਬਾਅਦ ਉਹ ਇੱਕ ਖਾਸ ਵਰਗ ਵਿਸ਼ੇਸ਼ ਦੀਆਂ ਵੋਟਾਂ ਤੇ ਧਿਆਨ ਕੇਂਦਰਿਤ ਕਰਕੇ ਬੈਠੀ ਸੀ। ਉਹਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਇਹੀ ਜ਼ਾਹਰ ਕਰ ਰਹੀ ਸੀ ਕਿ ਉਹਨਾਂ ਨੂੰ ਇੱਥੋਂ ਹਾਸਲ ਹੋ ਸਕਦਾ। ਲੇਕਿਨ ਜਿਵੇਂ ਲੋਕਾਂ ਨੇ ਪਟਕਣੀ ਦਿੱਤੀ ਆ, ਜਿਵੇਂ ਇੱਥੇ ਧਰਮਾਂ ਵਲਗਣਾ ਤੋਂ ਉੱਪਰ ਨਿਕਲ ਕੇ ਲੋਕਾਂ ਨੇ ਸਮਰਥਨ ਦਿੱਤਾ ਕਿਸਾਨੀ ਮੂਵਮੈਂਟ ਨੂੰ, ਬੀਜੇਪੀ ਨੂੰ ਇਹ ਦਿਖਾਇਆ ਕਿ ਪੰਜਾਬ ਦੇ ਵਿੱਚ ਚੱਲਣ ਲਈ ਤੁਹਾਨੂੰ ਕੋਈ ਨਾ ਕੋਈ ਵਿਸਾਖੀਆਂ ਚਾਹੀਦੀਆਂ ਹੋਣਗੀਆਂ ਜਾਂ ਇੱਥੋਂ ਦੇ ਹਿੱਤਾਂ ਦੀ, ਇਸ ਖਿੱਤੇ ਦੇ ਲੋਕਾਂ ਦੇ ਮਸਲਿਆਂ ਦੀ ਗੱਲ ਕਰਨੀ ਪਊਗੀ। ਇਹ ਬੜਾ ਵੱਡਾ ਸਵਾਲ ਆ ਕਿ ਬੀਜੇਪੀ ਅਗਲੇ ਦਿਨਾਂ 'ਚ ਫਿਰ ਅਕਾਲੀ ਦਲ ਦੇ ਨਾਲ ਜਾਊਗੀ। ਅਕਾਲੀ ਦਲ ਬੀਜੇਪੀ ਨੂੰ ਨਾਲ ਲਾਉਂਦਾ ਹੈ ਕਿ ਨਹੀਂ ਲਾਉਂਦਾ, ਕੇਂਦਰੀ ਪੱਧਰ ਤੇ ਕਿਹੋ ਜੀਆਂ ਸਮੀਕਰਨ ਬਣਦੀਆਂ ਨੇ, ਇਹ ਬੜੇ ਅਹਿਮ ਸਵਾਲ ਆ। ਸਰਦਾਰ ਸਾਹਿਬ, ਅਸੀਂ ਅਕਾਲੀ ਦਲ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਹੁਣ ਗੱਲ ਪਰਿਵਾਰਕ ਨਹੀਂ ਰਹੀ, ਆਖਰ ਕੋਈ ਬੰਦਾ ਪਰਿਵਾਰ ਲਈ ਕੰਮ ਕਰੇ ਕਿ ਆਪਣੇ ਲਈ ਕਰੇ। ਬਿਲਕੁਲ, ਮੈਂ ਵਿਕਰਮ ਸਿੰਘ ਮਜੀਠੀਆ ਦੀ ਪੋਲਿਟਿਕਸ ਨੂੰ ਪਸੰਦ ਨਹੀਂ ਕਰਦਾ ਨਿੱਜੀ ਤੌਰ ਤੇ, ਉਹ ਮੇਰੀ ਆਪਣੀ ਪਸੰਦ ਨਾ ਪਸੰਦ ਹੈ। ਲੇਕਿਨ ਸਿਆਸੀ ਦ੍ਰਿਸ਼ ਇਹ ਅੱਜ ਕਹਿ ਰਿਹਾ, ਜਿਵੇਂ ਅਸੀਂ ਅਕਾਲੀ ਦਲ ਦੀ ਆਲੋਚਨਾ ਇਸ ਨਜ਼ਰੀਏ ਤੋਂ ਹਮੇਸ਼ਾ ਕਰਦੇ ਹਾਂ ਕਿ ਉਹ ਇਸ ਖਿੱਤੇ ਦੀ ਪਾਰਟੀ ਸੀ, ਉਹ ਇਸ ਖਿੱਤੇ ਦੇ ਲੋਕਾਂ ਦੀ ਨੁਮਾਇੰਦਾ ਜਮਾਤ ਸੀ। 100 ਸਾਲ ਦੇ ਇਤਿਹਾਸ 'ਚ ਉਹਨੇ ਲੜਾਈਆਂ ਲੜੀਆਂ, ਆਖਿਰ ਉਹ ਪਰਿਵਾਰ ਤੱਕ ਸੀਮਤ ਕਿਉਂ ਹੋ ਗਈ, ਵਿਅਕਤੀ ਵਿਸ਼ੇਸ਼ ਤੱਕ ਸੀਮਤ ਕਿਉਂ ਹੋ ਗਈ? ਇਹ ਹੁਣ ਵਿਅਕਤੀ ਵਿਸ਼ੇਸ਼ ਤੋਂ ਅੱਗੇ ਵੀ ਜਦੋਂ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਗਾਹ ਸੱਤਾ ਦੀ ਦੌੜ ਚੱਲਦੀ ਆ ਤੇ ਪਾਰਲੀਮਾਨੀ ਹਲਕੇ 'ਚ ਹਰਸਿਮਰਤ ਬਾਦਲ ਦੇ ਜਿੱਤ ਵੇਲੇ ਵਿਕਰਮ ਮਜੀਠੀਏ ਦਾ ਉੱਥੇ ਇੰਚਾਰਜ ਹੋਣਾ, ਬੈਠੇ ਰਹਿਣਾ, ਪਰਿਵਾਰ ਦੇ ਵਿੱਚ ਇਹ ਗੱਲ ਚੱਲਦੀ ਹੋਊਗੀ। ਲੇਕਿਨ ਆਖਿਰ ਕੋਈ ਜਦੋਂ ਆਪਣੀ ਮਾਝੇ ਦੀ ਲੜਾਈ ਹੋਊਗੀ ਉਹ ਮਾਲਵੇ 'ਚ ਕਿੱਥੇ ਹਾਜ਼ਰ ਹੋਊਗਾ? ਇਹ ਬੜੇ ਸਵਾਲ ਹੋਣਗੇ ਕਿ ਕੌਣ ਉੱਪਰ ਜਾ ਰਿਹਾ, ਕਿਹਦੇ ਲਈ ਇੱਕ ਸਰਵਾਈਵਲ ਦੀ ਪੰਗੇਬਾਜ਼ੀ ਹੋ ਗਈ ਆ। ਲੇਕਿਨ ਮੈਂ ਤੁਹਾਡੇ ਨਾਲ ਬੀਜੇਪੀ ਦੀ ਗੱਲ ਤੋਂ ਸ਼ੁਰੂ ਕਰੂੰਗਾ ਕਿ ਬੀਜੇਪੀ ਆਖਿਰ ਕੀ ਸਾਬਤ ਕਰਨਾ ਚਾਹੁੰਦੀ ਸੀ ਔਰ ਕੀ ਹੋ ਗਿਆ? ਬਿਲਕੁਲ, ਦੇਖੋ, ਸਭ ਤੋਂ ਅਹਿਮ ਬੀਜੇਪੀ ਹਮੇਸ਼ਾ ਜਿਹੜੀ ਜਿਹਨੂੰ ਕਹਿ ਲਓ ਨਾ, ਜਿਸ ਮੁਸੀਬਤ ਨਾਲ ਦੋ ਚਾਰ ਹੁੰਦੀ ਸੀ ਜੀ, ਉਹਨੂੰ ਖਤਰਾ ਰਹਿੰਦਾ ਸੀ ਕਿ ਸਾਡੀ ਲੋਕ ਸਭਾ ਬਚਦੀ ਹੈ ਜਾਂ ਨਹੀਂ ਬਚਦੀ ਜੀ, ਕਿਹੜੀ ਬਚਦੀ ਹੈ। ਅੰਮ੍ਰਿਤਸਰ ਦੀ ਗੱਲ ਕਰੋ, ਅੰਮ੍ਰਿਤਸਰ ਦੀ ਇੱਕ ਵਾਰਡ ਨੰਬਰ 37 ਜੀ, ਉੱਥੇ ਦੁਬਾਰਾ ਪੋਲਿੰਗ ਹੋਈ ਹੈ ਕਿਉਂਕਿ ਪਹਿਲੇ ਜਿਹੜੇ ਕਾਉਂਸਲਰ ਸਨ ਉਹ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਜਗ੍ਹਾ ਤੇ ਹੋਈ। ਉਹਦੇ ਵਿੱਚ 3213 ਵੋਟਾਂ ਮਿਲੀਆਂ ਜੇਤੂ ਉਮੀਦਵਾਰ ਨੂੰ। ਜਿਹੜਾ ਉਹਦੇ ਬਰਾਬਰ ਤੇ ਉਮੀਦਵਾਰ ਖੜਾ ਸੀਗਾ ਅਕਾਲੀ ਦਲ ਦਾ, ਉਹਨੂੰ 3000 ਦੇ ਕਰੀਬ ਮਿਲੀਆਂ, ਮਤਲਬ 200 ਦਾ ਫਰਕ। ਲੇਕਿਨ ਜਿਹੜਾ ਆਮ ਆਦਮੀ ਦਾ ਸੀ ਉਹਨੂੰ 1213 ਜੀ, ਤੇ ਜਿਹੜੇ ਭਾਜਪਾ ਵਾਲੇ ਸੀ 52 ਵੋਟਾਂ। ਅੱਛਾ, ਹਲਕਾ ਦੱਖਣੀ ਦੇ ਵਿੱਚ 37 ਨੰਬਰ ਵਾਰਡ ਇੱਕ ਅਹਿਮ ਵਾਰਡ। ਇਹਦੇ ਸੰਕੇਤ ਕੀ ਹੈ? ਸੰਕੇਤ ਉਹ ਹੀ ਹੈ ਨਾ ਕਿ ਹੁਣ ਤੁਸੀਂ ਉਹਨਾਂ ਦਾ ਸਹਾਰਾ ਸੀ ਜਾਂ ਉਹ ਤੁਹਾਡਾ ਸਹਾਰਾ ਸਨ। ਨਹੀਂ, ਗੱਲ ਉਹ ਵੀ ਨਹੀਂ। ਸਹਾਰੇ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ, ਜਿੱਦਾਂ ਪੰਜਾਬ ਦੇ ਲੋਕਾਂ ਨੇ ਬਾਰਡਰਸ ਤੇ ਰਾਤਾਂ ਕੱਟੀਆਂ, ਬਿਲਕੁਲ, ਔਰ ਬੀਜੇਪੀ ਦੀ ਪ੍ਰਦੇਸ਼ ਲੀਡਰਸ਼ਿਪ ਨੇ ਉਹਦੇ ਪ੍ਰਤੀ ਪਿੱਠ ਕਰ ਰੱਖੀ। ਬਿਲਕੁਲ, ਪੰਜਾਬ ਦੇ ਲੋਕਾਂ ਦਾ ਪੱਖ ਪੇਸ਼ ਕਰਨਾ ਇੱਥੋਂ ਦੀ ਹਰੇਕ ਸਿਆਸੀ ਜਮਾਤ ਦਾ ਫਰਜ਼ ਸੀ। ਲੇਕਿਨ ਬੀਜੇਪੀ ਡਿਫੈਂਡ ਕਰਦੀ ਨਜ਼ਰ ਆਈ ਆਪਣੀ ਹਾਈ ਕਮਾਂਡ ਨੂੰ, ਬਜਾਏ ਇਹਦੇ ਕਿ ਉਹ ਪੰਜਾਬ ਦੇ ਲੋਕਾਂ ਦਾ ਕੇਸ ਸੈਂਟਰ ਸਾਹਮਣੇ ਪੇਸ਼ ਕਰਦੀ, ਆਪਣੀ ਸੈਂਟਰਲ ਲੀਡਰਸ਼ਿਪ ਨੂੰ ਇਹ ਸਮਝਾਉਂਦੀ ਕਿ ਇੱਥੇ ਖਿੱਤੇ ਦੀਆਂ ਲੋੜਾਂ ਕੀ ਆ।
ਉਹਨੇ ਕਿਉਂਕਿ ਉਹ ਵੈਸੇ ਉਹਨਾਂ ਦੀ ਪੈੜ ਚੋਂ ਪੈਰ ਕੱਢ ਹੀ ਨਹੀਂ ਸੀ ਸਕਦੀ, ਉਹਦੀ ਅਨਸਰ ਦੀ ਲੋੜ ਸੀ ਕਿ ਉਹਨਾਂ ਦੀ ਗੱਲ ਕਰਦੀ, ਉਹਨਾਂ ਦੀ ਆਵਾਜ਼ 'ਚ ਬੋਲਦੀ, ਲੇਕਿਨ ਖਮਿਆਜ਼ੇ ਤਾਂ ਭੁਗਤਣੇ ਪੈਂਦੇ। ਇਹਦੇ ਨਾਲ ਹੋਰ ਗੱਲ ਕਰੋ ਨਾ, ਤੁਸੀਂ ਗੱਲ ਕੀਤੀ ਬਿਕਰਮ ਸਿੰਘ ਮਜੀਠੀਆ ਦੀ। ਮੈਂ ਜਦੋਂ ਉਹਨੂੰ ਮਜੀਠਾ ਹਲਕੇ ਨੂੰ ਵੇਖਦਾ ਪਿਆ, ਜਿਹੜੀ ਉੱਥੇ ਕੌਂਸਲ ਦੀ ਚੋਣ ਹੋਈ ਆ, ਉਹਦੀਆਂ 13 ਸੀਟਾਂ ਨੇ ਜੀ, 13 ਚੋਂ 10 ਤੇ ਅਕਾਲੀ ਦਲ ਕਾਬਜ ਹੁੰਦਾ, 2 ਤੇ ਕਾਂਗਰਸ, 1 ਆਜ਼ਾਦ ਜੀ। ਅਜਨਾਲਾ ਹਲਕੇ ਦੇ ਵਿੱਚ ਬਰਾਬਰ ਦੀ ਆ, 8 ਤੇ 7 ਦੀ ਗੇਮ ਹੈ, 8 ਅਕਾਲੀ ਦਲ ਕੋਲ ਉੱਥੇ ਬੋਨੀ ਗਏ ਅਜਨਾਲਾ ਨੇ ਤੇ 7 ਕਾਂਗਰਸ ਕੋਲ ਨੇ। ਰਮਦਾਸ ਜਿਹੜਾ ਉਹ ਕਦੇ ਵੀ ਕਾਂਗਰਸ ਕੋ ਨਹੀਂ ਰਿਹਾ, ਉਹ ਅਕਾਲੀ ਦਲ ਦੇ ਉਹਦੇ ਕਾਂਗਰਸ ਦੇ ਖਾਤੇ ਚਲੇ ਗਿਆ ਇਸ ਵਾਰ। ਨਹੀਂ ਅਸੀਂ ਛੋਟੇ ਸਮੀਕਰਨਾਂ 'ਚ ਨਾ ਜਾਈਏ, ਅਸੀਂ ਖਿੱਤਿਆਂ ਦੀ ਰਾਜਨੀਤੀ ਕਰੀਏ। ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸਲ ਦੇ ਵਿੱਚ ਸਰਦਾਰ ਸਾਹਿਬ, ਜਦੋਂ ਅਸੀਂ ਮਜੀਠੇ ਦਾ ਜ਼ਿਕਰ ਕਰਦੇ ਹਾਂ ਹਲਕੇ ਦਾ, ਮਜੀਠਾ ਹਲਕੇ ਦੇ ਵਿੱਚ ਬਿਕਰਮ ਮਜੀਠੀਏ ਦਾ ਏਡਾ ਪ੍ਰਭਾਵੀ ਹੋਣ ਦਾ ਕਾਰਨ ਕੀ ਹੈ? ਜਾਂ ਤੇ ਉਹਦੇ ਸ਼ਖਸੀ ਗੁਣ ਨੇ ਜਿਹੜੇ ਕਿ ਉਹ ਹਰੇਕ ਬੰਦੇ ਦੇ ਕੰਮ ਆ ਰਿਹਾ, ਬਿਲਕੁਲ, ਜਾਂ ਤਾਂ ਉਹਦੀ ਪ੍ਰਦੇਸ਼ ਦੀ ਰਾਜਨੀਤੀ ਵਿੱਚ ਜਿਹੜੀ ਪਕੜ ਹੈ ਲੀਡਰਸ਼ਿਪ ਦੇ ਨਜ਼ਰੀਓਂ ਅਫਸਰਸ਼ਾਹੀ ਤੇ ਇੰਨੀ ਤਗੜੀ ਹੈ ਕਿ ਉੱਥੇ ਸੱਤਾਧਾਰੀ ਧਿਰ ਬੇਅਸਰ ਹੋ ਜਾਂਦੀ। ਦੇਖੋ ਤੀਜੇ ਬੰਨੇ ਕੀ ਸੱਤਾਧਾਰੀ ਧਿਰ ਦਾ ਜਿਹੜਾ ਉੱਥੇ ਉਮੀਦਵਾਰ ਆ, ਜਿਹੜਾ ਬਿਕਰਮ ਮਜੀਠੀਏ ਦਾ ਸਿਆਸੀ ਸ਼ਰੀਕ ਹੈ, ਕੀ ਉਹ ਕਮਜ਼ੋਰ ਹੈ ਜਾਂ ਉਹਨੂੰ ਕਮਜ਼ੋਰ ਰੱਖਿਆ ਗਿਆ? ਜਾਂ ਇਸ ਤੋਂ ਵੀ ਅਗਲੀ ਗੱਲ ਆ ਕਿ ਤੁਸੀਂ ਜਦੋਂ ਇੱਥੋਂ ਦੀ ਰਾਜਨੀਤੀ ਨੂੰ ਦੇਖੋਗੇ, ਠੀਕ ਹੈ ਜੀ, ਤੇ ਇਹਦੇ ਵਿੱਚ ਜਾਂ ਤਾਂ ਬਹੁਤ ਜਿਹੜੇ ਸਹਿੰਦੇ ਸਰਦੇ ਪੁੱਜਦੇ ਪਰਿਵਾਰ ਨੇ ਉਹ ਬਿਕਰਮ ਮਜੀਠੀਏ ਦਾ ਸਾਥ ਦੇ ਰਹੇ ਹੋਣਗੇ, ਕੁਝ ਸਮੀਕਰਨ ਤਾਂ ਦੇਖਣੇ ਹੋਣਗੇ, ਲੇਕਿਨ ਕੁੱਲ ਮਿਲਾ ਕੇ ਜੇ ਕੋਈ ਆਪਣੀ ਹੋਮ ਟਰਫ ਦੇ ਉੱਤੇ, ਜੇ ਉਹ ਆਪਣੀ ਘਰੇਲੂ ਪਿੱਚ ਦੇ ਉੱਤੇ ਕਾਮਯਾਬ ਹੋ ਰਿਹਾ ਤੇ ਉਹ ਆਲੇ ਦੁਆਲੇ ਦੇ ਵਿੱਚ ਜਿਹੜੀ ਤੋੜ ਹੈ ਉਹਨੂੰ ਪ੍ਰਭਾਵਿਤ ਕਰ ਰਿਹਾ। ਜੇਕਰ ਬੋਨੀ ਅਜਨਾਲਾ ਬਿਕਰਮ ਮਜੀਠੀਏ ਨਾਲ ਆਪਸੀ ਵਿਚਾਰਕ ਮਤਭੇਦ ਹੋਣ ਦੇ ਬਾਵਜੂਦ ਉਹਦੇ ਨਾਲ ਬੈਠਾ ਹੈ, ਬੋਨੀ ਅਜਨਾਲਾ ਦਾ ਜਿਹੜਾ ਰਾਈਵਲ ਹੈ, ਸ਼ਰੀਕ ਹੈ, ਉਹਨੂੰ ਉਹਦੇ ਸੁਭਾਅ ਕਰਕੇ ਜਾਂ ਕੁਝ ਵੀ ਉੱਥੋਂ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਅੱਗੇ ਸਰਦਾਰ ਸਾਹਿਬ, ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ, ਜੇਕਰ ਲੁਧਿਆਣੇ ਦੇ ਵਿੱਚੋਂ, ਜੇਕਰ ਜਲੰਧਰ ਦੇ ਵਿੱਚੋਂ ਔਰ ਇਹਨਾਂ ਸਾਰੇ ਖਿੱਤਿਆਂ ਮਾਝੇ ਔਰ ਦੁਆਬੇ ਚੋਂ ਬਿਕਰਮ ਮਜੀਠੀਏ ਨੂੰ ਭਰਪੂਰ ਸਮਰਥਨ ਮਿਲਦਾ, ਬਾਹਰੋਂ ਵੀ ਲੋਕ ਉਹਦੀ ਮਦਦ ਕਰਦੇ ਆ, ਇਹਦਾ ਮਤਲਬ ਇਹ ਵੀ ਸਮਝਿਆ ਜਾਣਾ ਚਾਹੀਦਾ ਹੈ ਕਿ ਜਿਹੜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਝੇ ਵਿੱਚ ਰਿਸ਼ਤੇਦਾਰੀ ਕਰਕੇ, ਆਪਣੇ ਪਰਿਵਾਰਕ ਪਿਛੋਕੜ ਕਰਕੇ ਪਕੜ ਹੈ, ਉਹਦੀ ਅਣਹੋਂਦ ਜਾਂ ਉਹਦਾ ਗੈਰ ਹਾਜ਼ਰ ਹੋਣਾ, ਔਰ ਇਸ ਤੋਂ ਵੀ ਅੱਗੇ ਕਿ ਨਵਜੋਤ ਸਿੰਘ ਸਿੱਧੂ ਨਾਲ ਬਿਕਰਮ ਮਜੀਠੀਏ ਦਾ 36 ਦਾ ਅੰਕੜਾ ਔਰ ਨਵਜੋਤ ਸਿੰਘ ਸਿੱਧੂ ਦਾ ਹਾਸ਼ੀਏ ਤੇ ਹੋਣਾ, ਕਈ ਫੈਕਟਰ ਕੰਮ ਕਰ ਰਿਹਾ। ਜੇ ਤੁਸੀਂ ਇਹਨਾਂ ਨੂੰ ਕੱਲੇ ਨੂੰ ਚੁੱਕਣ ਦੀ ਕੋਸ਼ਿਸ਼ ਕਰੋਗੇ, ਇਹਦੇ ਹਰੇਕ ਦੇ ਆਪਣੇ ਅਰਥ ਆ, ਲੇਕਿਨ ਇਸ ਤੋਂ ਵੀ ਵੱਡੀ ਗੱਲ ਆ ਕਿ ਕੀ ਜਦੋਂ ਇੱਕ ਵਿਅਕਤੀ ਮੁੜ ਕੇ ਉੱਭਰਦਾ, ਭਾਵੇਂ ਉਹਦੀ ਰਾਜਨੀਤੀ ਨੂੰ ਤੁਸੀਂ ਪਸੰਦ ਕਰੋ ਨਾ ਕਰੋ, ਉਹਦੀ ਰਾਜਨੀਤੀ ਨੂੰ ਤੁਸੀਂ ਉਹਦੇ ਤੌਰ ਤਰੀਕਿਆਂ ਨੂੰ ਬਿਲਕੁਲ ਨਕਾਰਦੇ ਹੋ, ਲੇਕਿਨ ਜੇ ਉਹ ਆਲੇ ਦੁਆਲੇ ਦੇ ਉੱਤੇ ਅਸਰ ਪਾ ਰਿਹਾ, ਲੋਕ ਉਹਦੇ ਨਾਲ ਆ ਕੇ ਜੁੜਨਗੇ, ਕਿਉਂਕਿ ਜਿਹੜਾ ਜੇਤੂ ਆ ਪੰਜਾਬ ਦਾ ਕਲਚਰ ਹੈ ਉਹਦੇ ਨਾਲ ਜੁੜਨਾ। ਤੁਹਾਨੂੰ ਇੱਕ ਵਾਰੀ ਫਿਰ ਮੈਂ ਯਾਦ ਕਰਾ ਦਿਆਂ ਕਿ ਮਾਝਾ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ 27 ਦੇ ਵਿੱਚੋਂ ਲਗਭਗ ਸਾਰੀਆਂ ਸੀਟਾਂ ਦੇ ਦਿੰਦਾ। ਉਦੋਂ ਤੁਹਾਨੂੰ ਯਾਦ ਹੈ ਕਿ ਓਮ ਪ੍ਰਕਾਸ਼ ਸੋਨੀ ਕੱਲੇ ਆਜ਼ਾਦ ਉਮੀਦਵਾਰ ਜਿੱਤੇ ਸੀ, ਜਿਹੜੇ ਬਾਅਦ ਦੇ ਵਿੱਚ ਅਕਾਲੀ ਦਲ ਦੀ ਸਪੋਰਟ ਚ ਆ ਗਏ ਸੀ। ਬਾਕੀ ਸਾਰਾ ਇਹ ਗੱਠਜੋੜ ਹੁੰਜਾ ਫਿਰ ਜਾਂਦਾ ਹੈ। ਲੇਕਿਨ ਮਾਝੇ ਦੇ ਨਜ਼ਰੀਓਂ ਮਾਲਵੇ ਦੇ ਵਿੱਚ ਜਿਸ ਤਰੀਕੇ ਨਾਲ ਜਲਾਲਾਬਾਦ, ਬਠਿੰਡਾ, ਮੋਗੇ ਨੂੰ ਛੱਡ ਕੇ ਜਥੇਦਾਰ ਤੋਤਾ ਸਿੰਘ ਨੇ ਅਸਰ ਦਿਖਾਇਆ, ਲੇਕਿਨ ਉਹਨੂੰ ਛੱਡ ਕੇ ਜੇ ਤੁਸੀਂ ਬਾਕੀ ਸਾਰੇ ਦ੍ਰਿਸ਼ ਨੂੰ ਨਿਹਾਰਦੇ ਹੋ ਤਾਂ ਇੱਕ ਵਾਰੀ ਤੁਹਾਨੂੰ ਮੁੜ ਕੇ ਜਿਹੜੀ ਮਾਝੇ ਤੇ ਟੇਕ ਰੱਖਣੀ ਪਊਗੀ ਉਹ ਕਾਂਗਰਸ ਹੋਵੇ, ਮਾਝੇ ਔਰ ਦੁਆਬੇ ਨੇ, ਕਿਉਂਕਿ ਮਲਵਈ ਚੇਤਨ ਜ਼ਿਆਦਾ ਹੋ ਗਏ, ਸਿਆਣੇ ਜ਼ਿਆਦਾ ਹੋ ਗਏ, ਇਸ ਖਿੱਤੇ ਵਾਲੇ ਮਾਝੇ ਵਾਲੇ ਸੱਤਾ ਨਾਲ ਜ਼ਿਆਦਾ ਤੁਰਨਾ ਪਸੰਦ ਕਰਦੇ ਆ, ਅਖੀਰ ਤੱਕ ਉਡੀਕਦੇ ਰਹਿੰਦੇ ਆ ਕਿ ਕਿਹੜਾ ਬੰਦਾ ਪਾਵਰਫੁਲ ਹੈ ਜਾਂ ਕਿਹੜੀ ਧਿਰ ਦੇ ਸੱਤਾ ਵਿੱਚ ਪਰਤਣ ਦੀ ਉਮੀਦ ਆ। ਸੋ ਮੈਨੂੰ ਲੱਗਦਾ ਕਿ ਇਹ ਸਿਵਿਕ ਪੋਲ ਇੱਕ ਤਰ੍ਹਾਂ ਨਾਲ ਜਿਹਨੂੰ ਕਹਿੰਦੇ ਹੁੰਦੇ ਆ, ਜਿਹੜਾ ਇਹ ਸਾਰੀਆਂ ਧਿਰਾਂ ਲਈ ਇੱਕ ਆਪਣੇ ਆਪ ਨੂੰ ਮੁਲਾਂਕਣ ਕਰਨ ਦਾ ਮੌਕਾ ਦੇ ਰਿਹਾ, ਰਾਏ ਸ਼ੁਮਾਰੀ ਵਾਂਗ ਕਿ ਕੌਣ ਕਿੱਥੇ ਖੜਾ। ਦੇਖੋ ਪਹਿਲੀ ਗੱਲ ਤੇ ਆ ਕਿ ਜਿੱਥੋਂ ਤੱਕ ਮਜੀਠਾ ਹਲਕਾ ਦੀ ਤੁਸੀਂ ਗੱਲ ਕੀਤੀ ਜੀ, ਉੱਥੇ ਜਿਹੜੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਹੜੇ ਉਹ ਕਿੰਨੇ ਕੁ ਮਜ਼ਬੂਤ ਨੇ, ਉਹਨਾਂ ਦਾ ਆਪਣਾ ਪਰਿਵਾਰਕ ਜਿਹੜਾ ਇਸ ਵੇਲੇ ਢਾਂਚਾ ਆ ਉਹ ਵਿਗੜ ਚੁੱਕਾ ਹੋਇਆ ਜੀ। ਦੂਸਰੀ ਗੱਲ, ਉਹ ਰਾਹੁਲ ਗਾਂਧੀ ਦੇ ਖਾਤੇ 'ਚ ਗਿਣੇ ਜਾਂਦੇ ਨੇ ਜੀ, ਉਹ ਕੈਪਟਨ ਸਾਹਿਬ ਦੇ ਖਾਤੇ 'ਚ ਨਹੀਂ ਗਿਣਦੇ, ਰਾਹੁਲ ਗਾਂਧੀ ਦੇ ਖਾਤੇ 'ਚ ਗਿਣੇ ਜਾਂਦੇ ਨੇ। ਉਹਨਾਂ ਦਾ ਪਿਛਲੇ 1 ਸਾਲ ਦੌਰਾਨ ਜੋ ਅੱਖਾਂ ਦਾ ਆਪਰੇਸ਼ਨ ਹੋਇਆ ਬਾਰ-ਬਾਰ, ਉਹਦੇ ਕਰਕੇ ਵੀ ਬਾਹਰ ਨੇ।
लेकिन सवाल सिर्फ वो ही आ कि जिहड़ा बंदा एक मंत्री रहा पंजाब का, ਜਦੋਂ ਤੁਸੀਂ ਵਿਕਰਮ ਮਜੀਠੀਆ ਦੀ ਗੱਲ ਕਰੋਗੇ ਤੁਸੀਂ ਉਹਨੂੰ ਕੱਲਾ ਮਜੀਠੇ ਹਲਕੇ ਨਾਲ ਜੋੜ ਕੇ ਨਹੀਂ ਦੇ ਸਕਦੇ, ਬਿਲਕੁਲ ਨਹੀਂ ਦੇਖ ਸਕਦੇ। ਉਹ ਪੂਰੇ ਪੰਜਾਬ ਦੇ ਮੰਤਰੀ ਰਹੇ ਨੇ, ਉਹਨਾਂ ਦੇ ਮੰਤਰੀ ਵੀ ਛੱਡੋ ਸਰਦਾਰ ਸਾਹਿਬ, ਜਿਹੜੀ ਕਿਸੇ ਦੀ ਛਵੀ ਵੱਧ ਰਹੀ, ਦੇਖੋ ਹੋ ਸਕਦਾ ਅਕਾਲੀ ਦਲ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋਵੇ, ਅਕਾਲੀ ਦਲ ਨੂੰ ਵਿਕਰਮ ਮਜੀਠੀਏ ਦੇ ਉਭਾਰ ਨਾਲ ਨੁਕਸਾਨ ਵੀ ਹੋ ਸਕਦਾ, ਕਿਉਂਕਿ ਵਿਕਰਮ ਨਾਲ ਕਈ ਐਸੀਆਂ ਚੀਜ਼ਾਂ ਜੁੜਦੀਆਂ ਨੇ, ਵਿਕਰਮ ਨਾਲ ਯੂਥ ਦਾ ਆਪ ਮੁਹਾਰਾਪਣ ਜੁੜਦਾ ਹੈ, ਔਰ ਸਿਆਸਤ ਦੇ ਵਿੱਚ ਤੁਹਾਡਾ ਬਹੁਤ ਤਹੱਮਲ ਬੜਾ ਜ਼ਰੂਰੀ ਆ, ਤੁਹਾਡਾ ਸੰਜਮ ਬੜਾ ਜ਼ਰੂਰੀ ਆ, ਅਨੁਸ਼ਾਸਨ ਬੜਾ ਜ਼ਰੂਰੀ ਹੈ। ਅੱਜ ਕਈ ਲੋਕ, ਜੇ ਤੁਸੀਂ ਬੈਂਸ ਭਰਾਵਾਂ ਦੀ ਗੱਲ ਕਰਦੇ ਹੋ, ਉਹ ਵਿਕਰਮ ਦੀ ਟੀਮ ਤੋਂ ਸ਼ੁਰੂ ਹੁੰਦੇ। ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਕਿਹੋ ਜਿਹੀ ਰਾਜਨੀਤੀ ਚਾਹੁੰਦੇ ਆ। ਵਿਕਰਮ ਮਜੀਠੀਏ ਦੇ ਉਭਾਰ ਤੋਂ, ਇਸ ਉਭਾਰ ਤੋਂ ਬਾਅਦ ਉਹਦਾ ਅਕਾਲੀ ਦਲ ਦੇ ਵਿੱਚ ਅਗਲੇ ਬੰਨੇ ਬੈਠਣਾ, ਸੁਖਬੀਰ ਬਾਦਲ ਦੇ ਉੱਤੇ ਜ਼ਿਆਦਾ ਪ੍ਰਭਾਵੀ ਹੋਣਾ, ਅਸਰਦਾਰ ਹੋਣਾ, ਰਿਸ਼ਤੇਦਾਰੀ ਨਾਲੋਂ ਲੀਡਰ ਵਜੋਂ ਜ਼ਿਆਦਾ ਅਮਰਜ ਹੋਣਾ ਔਰ ਅੱਗੇ ਵੱਧ ਕੇ ਆਉਣਾ, ਇਹ ਅਕਾਲੀ ਦਲ ਲਈ ਸ਼ੁਭ ਸੰਕੇਤ ਦੀ ਬਜਾਏ ਕਿਸੇ ਵੇਲੇ ਪਰੇਸ਼ਾਨੀ ਨਹੀਂ ਖੜੀ ਕਰ ਸਕਦਾ। ਵਿਕਰਮ ਮਜੀਠੀਆ ਨੂੰ ਆਉਣ ਵਾਲੇ ਸਮੇਂ 'ਚ ਬਠਿੰਡਾ ਦੇ ਉੱਤੇ ਭਾਰੂ ਪੈਂਦਾ ਦੇਖ ਸਕਦੇ ਹੋ? ਹਰਗਿਜ਼ ਨਹੀਂ ਦੇਖ ਸਕਦੇ, ਕਿਉਂਕਿ ਜਿਹੜੀ ਲੋਕਲ ਲੀਡਰਸ਼ਿਪ ਆ, ਤੁਸੀਂ ਰੋਜ਼ੀ ਬਰਕੰਦੀ ਨੂੰ ਬਾਹਰ ਨਹੀਂ ਕਰ ਸਕਦੇ, ਤੁਸੀਂ ਪਰਬਸ ਬੰਟੀ ਰਮਾਣਾ ਨੂੰ ਬਾਹਰ ਨਹੀਂ ਕਰ ਸਕਦੇ, ਤੁਸੀਂ ਜਥੇਦਾਰ ਤੋਤਾ ਸਿੰਘ ਨੂੰ ਮਾਲਵੇ ਦੀ ਸਿਆਸਤ ਚੋਂ ਬਾਹਰ ਨਹੀਂ ਕਰ ਸਕਦੇ। ਲੇਕਿਨ ਇਹ ਤੁਸੀਂ ਜ਼ਰੂਰ ਦੇਖੋਗੇ ਕਿ ਆਖਰ ਕੀ ਐਸਾ ਹੋ ਗਿਆ ਕਿ ਇੱਕ ਕੇਂਦਰੀ ਮੰਤਰੀ ਰਹੇ ਹੁਣ ਬਠਿੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ, ਔਰ ਉਹਨਾਂ ਦੇ ਪਤੀ ਜਿਹੜੇ ਆ, ਉਹਨਾਂ ਦਾ ਵੀ ਰਸੂਖ ਉੱਥੇ, ਉਹਨਾਂ ਨੇ ਬਠਿੰਡਾ ਦੇ ਵਿੱਚ ਕਿਹੜਾ ਐਸਾ ਪ੍ਰੋਜੈਕਟ ਆ ਜਿਹੜਾ ਨਹੀਂ ਲਿਆਂਦਾ। ਏਮਜ਼ ਵਰਗੀ ਸੰਸਥਾ ਲੈ ਦਿੱਤੀ ਔਰ ਇੰਟਰਨੈਸ਼ਨਲ ਯੂਨੀਵਰਸਿਟੀ ਵਰਗੇ ਅਦਾਰੇ ਲੈ ਆਂਦੇ, ਲੇਕਿਨ ਉਹਦੇ ਬਾਵਜੂਦ ਅਗਰ ਕਿਤੇ ਨਾ ਕਿਤੇ ਇਹ ਸਾਰਾ ਕੁਝ ਪਿਛਾਂਹ ਨੂੰ ਜਾਂਦਾ ਆ, ਸੱਤਾ ਜਿਹੜੀ ਆ ਜਿਹਨੂੰ ਅਸੀਂ ਕਹਿੰਦੇ ਆ ਮੁੱਢਲੀ ਜਿਹੜੀ ਥੱਲੇ ਪਹਿਲੀ ਪੌੜੀ ਜਿਹੜੀ ਆ, ਜੇ ਉਹ ਸਰਕਦੀ ਪਈ ਆ ਪਿਛਾਂਹ ਨੂੰ, ਤੇ ਉਹਦੇ ਕਾਰਨ ਹੋਰ ਵੀ ਨੇ। ਸਰਕੇ ਕਿਉਂ ਨਾ ਤੁਸੀਂ ਮੈਂਬਰ ਪਾਰਲੀਮੈਂਟ ਹੋਣਾ ਵੱਖਰੀ ਗੱਲ ਆ, ਲੋਕ ਕਹਿਣਗੇ 500 ਤੋਂ ਜ਼ਿਆਦਾ ਨੇ ਲੋਕ ਸਭਾ 'ਚ, ਲੇਕਿਨ ਤੁਸੀਂ ਮੰਤਰੀ ਸੀ, ਤੁਹਾਡੇ ਹੁੰਦਿਆਂ ਆਰਡੀਨੈਂਸ ਆਉਂਦੇ ਆ, ਤੁਹਾਡੇ ਮਹਿਕਮੇ ਦੀ ਰਿਪੋਰਟ ਉਹਦੇ ਤੇ ਹੁੰਦੀ ਆ, ਤੁਸੀਂ ਲੱਖ ਵਾਰੀ ਕਹੋ ਕਿ ਮੈਨੂੰ ਪੁੱਛਿਆ ਨਹੀਂ ਗਿਆ, ਤੁਸੀਂ ਪਾਰਲੀਮੈਂਟ 'ਚ ਸਖਤ ਸਪੀਚ ਦਿੰਦੇ ਹੋ, ਲੇਕਿਨ ਕੁੱਲ ਮਿਲਾ ਕੇ ਲੋਕ ਇਹ ਪੁੱਛਦੇ ਆ ਕਿ ਤੁਸੀਂ ਫਿਰ ਇਹਨਾਂ ਕਾਨੂੰਨਾਂ ਨੂੰ ਡਿਫੈਂਡ ਕਿਉਂ ਕਰਦੇ ਰਹੇ। ਤੁਸੀਂ ਅਖੀਰ ਤੱਕ ਡਿਫੈਂਡ ਕਰਦੇ ਰਹੇ, ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੀ ਡਿਫੈਂਡ ਕਰਦੇ ਰਹੇ, ਅਖੀਰ ਤੱਕ ਉਹ ਖੇਤੀ ਮੰਤਰੀ ਦੀ ਚਿੱਠੀ ਦਿਖਾਉਂਦੇ ਰਹੇ, ਕਿਸਾਨਾਂ ਨੂੰ ਸਮਝਾਉਂਦੇ ਰਹੇ, ਉਹਨਾਂ ਨੂੰ ਕਹਿੰਦੇ ਰਹੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਸਮਝਾਉਂਦੇ ਆ, ਇੱਥੋਂ ਤੱਕ ਕਿ 5 ਵਾਰ ਦੇ ਮੁੱਖ ਮੰਤਰੀ ਰਹੇ ਇੱਕ ਉਮਰ ਦਰਾਜ ਨੇਤਾ ਨੂੰ ਵੀ ਸਾਹਮਣੇ ਵੀਡੀਓ 'ਚ ਲਿਆ ਕੇ ਵਿਖਾਤਾ ਗਿਆ। ਲੋਕ ਭੁੱਲਦੇ ਨਹੀਂ, ਖਾਸ ਤੌਰ ਤੇ ਮਾਲਵੇ ਖਿੱਤੇ ਦੇ ਲੋਕ ਸਿਆਸੀ ਚੇਤਨਤਾ ਦੇ ਨਜ਼ਰੀਏ ਤੋਂ ਲਹਿਰਾਂ ਦੇ ਨਾਲ ਤੁਰਨਾ ਜਾਣਦੇ ਆ, ਉਹ ਕਿਸੇ ਵੀ ਵੱਡੇ ਤੋਂ ਵੱਡੀ ਧਿਰ ਨੂੰ ਉਲਟਾ ਦਿੰਦੇ ਆ। ਲੇਕਿਨ ਮੈਂ ਸਰਦਾਰ ਸਾਹਿਬ ਇਹ ਕਹਿਣਾ ਹੈ ਕਿ ਖਿੱਤਿਆਂ ਦੀ ਰਾਜਨੀਤੀ 'ਚ ਮਾਝੇ ਦੇ ਵਿੱਚ ਲੋਕ ਵਿਅਕਤੀਆਂ ਨਾਲ ਜੁੜਦੇ ਆ, ਵਿਅਕਤੀਆਂ ਦਾ ਜਿਹੜਾ ਅਸਰ ਹੈ, ਪਿੰਡਾਂ ਦੀ ਧੜਿਆਂ ਦੀ ਰਾਜਨੀਤੀ ਆ, ਉਹ ਅਸਰ ਕਰਦੀ ਆ। ਜੇਕਰ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਦੇਖਦੇ ਹੋ, ਜਿਹਨੂੰ ਸੱਤਾ ਮਿਲੀ ਉਹਦੇ ਵਿੱਚ ਮਾਝੇ ਦੁਆਬੇ ਵੱਲੋਂ ਆਈਆਂ ਵੱਡੀਆਂ ਸੀਟਾਂ, ਉਹਨਾਂ ਦਾ ਅਸਰ ਆ। ਜਿਹੜਾ ਮਾਲਵਾ ਵਾ ਉਹ ਹੁੰਜ ਕੇ ਰੱਖ ਦਿੰਦਾ ਕਈ ਵਾਰੀ, ਲੇਕਿਨ ਇਹ ਜਿਹੜੇ ਖਿੱਤੇ ਆ ਜਿਹੜੇ ਸੱਤਾ ਦੀ ਜਮਾ ਘਟਾਓ 'ਚ ਲੱਗੇ ਰਹਿੰਦੇ ਆ, ਮੈਂ ਕਈ ਵਾਰੀ ਇਹ ਵੀ ਕਹਿਣਾ ਹੁੰਦਾ ਕਿ ਮਾਝੇ ਦੇ ਲੋਕਾਂ ਲਈ ਇਹ ਵੀ ਬਹੁਤ ਵੱਡਾ ਸੰਕਟ ਰਿਹਾ ਕਿ ਜਿੱਦਾਂ ਦੁੱਧ ਦਾ ਸੜਿਆ ਲੱਸੀ ਨੂੰ ਫੋਕਾ ਮਾਰਦਾ, ਇੱਥੇ ਹਰ ਘਰ ਦੇ ਵਿੱਚ ਸੱਥਰ ਵਿਛਦੇ ਰਹੇ, ਇੱਥੇ ਕੀਰਨੇ ਪੈਂਦੇ ਰਹੇ, ਇੱਥੇ ਕਿਸੇ ਵੀ ਮੂਵਮੈਂਟ ਵੇਲੇ ਲੋਕਾਂ ਨੇ ਆਪਣੇ ਜੀ ਗਵਾਏ। ਕਾਲੇ ਦੌਰ ਦੇ ਵਿੱਚ ਵੀ ਮੋਰੀ ਵੀ ਇਹ ਸੀ, ਜੁੱਤੀਆਂ ਵੀ ਇੱਥੋਂ ਦੇ ਲੋਕਾਂ ਨੇ ਖਾਧੀਆਂ। ਹੁਣ ਲੋਕ ਸੰਭਲ ਕੇ ਚੱਲਦੇ ਆ ਕਿ ਕੋਈ ਗਲਤੀ ਨਾ ਹੋਵੇ, ਲੇਕਿਨ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਮਾਲਵੇ ਦੇ ਵਿੱਚ ਅਕਾਲੀ ਦਲ ਨੇ ਪਿਛਲੀ ਵਾਰੀ ਜਿਹੜਾ ਸੌਦਾ ਸਾਧ ਦੀ ਹਮਾਇਤ ਲਈ, ਉਸ ਤੋਂ ਬਾਅਦ ਲਗਾਤਾਰ, ਉਸ ਤੋਂ ਪਹਿਲਾਂ ਬੇਅਦਬੀ ਘਟਨਾਵਾਂ, ਉਸ ਤੋਂ ਬਾਅਦ ਲਗਾਤਾਰ ਗਲਤ ਫੈਸਲੇ, ਹੁਣ ਇਹ ਜਿਹੜੀ ਕਿਸਾਨੀ ਮੂਵਮੈਂਟ ਵੇਲੇ ਵੀ ਭਾਵੇਂ ਬਾਅਦ 'ਚ ਠੀਕ ਰੋਲ ਤੇ ਆਏ ਆ, ਲੇਕਿਨ ਪਹਿਲਾਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਦਰਕਨਾਰ ਲੋਕਾਂ ਨੇ ਨਹੀਂ ਕੀਤਾ। ਲੇਕਿਨ ਮਾਝੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਸਰ ਜਾਂ ਹੁੰਗਾਰਾ ਨਹੀਂ ਮਿਲਿਆ। ਮਾਝੇ ਵਿੱਚ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਕੋਈ ਬਹੁਤ ਵੱਡੇ ਆਧਾਰ ਨਹੀਂ, ਖਾਸ ਤੌਰ ਤੇ 32 ਕਿਸਾਨ ਜਥੇਬੰਦੀਆਂ ਦਾ ਉਹ ਉਸ ਤਰ੍ਹਾਂ ਦਾ ਜਲਜਲੋ ਨਹੀਂਗਾ। ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਪੰਨੂ ਵਾਲੀ ਜਾਂ ਦੂਜੀ, ਉਹ ਅਜੇ ਵੀ ਕਾਰਾਮਦ ਆ। ਮਾਝੇ ਵਿੱਚ ਅਜੇ ਚੇਤਨਾ ਦਾ ਪੂਰਾ ਪਸਾਰ ਨਹੀਂ ਹੋਇਆ, ਪਰ ਇਹ ਖਿੱਤਾ ਔਰ ਦੁਆਬਾ
ਪੰਜਾਬ ਦੀ ਰਾਜਨੀਤੀ ਵਿੱਚ ਸਰਕਾਰਾਂ ਬਣਾਉਣ 'ਚ ਅਹਿਮ ਰੋਲ ਪਲੇ ਕਰ ਰਹੇ ਆ। ਇਹ ਵੱਡਾ ਫੈਕਟਰ ਆ। ਦੇਖਣਾ ਹੋਊਗਾ ਕਿ ਅਗਲੇ ਸਮੇਂ 'ਚ ਮੂਵਮੈਂਟ ਦਾ ਅਸਰ, ਕਿਸਾਨ ਅੰਦੋਲਨ ਦਾ ਅਸਰ ਕਿੰਨਾ ਹੁੰਦਾ। ਲੇਕਿਨ ਹੁਣ ਸਾਰੇ ਥਾਈਂ ਇੱਕ ਯੁੱਧ ਛਿੜ ਗਿਆ। ਕੈਪਟਨ ਬਨਾਮ ਸਿੱਧੂ ਔਰ ਮਜੀਠੀਏ ਦੇ ਉਭਾਰ ਨਾਲ ਅਕਾਲੀ ਦਲ ਦੇ ਬਹੁਤ ਸਾਰੇ ਵਰਗਾਂ ਦਾ ਮਜੀਠੀਏ ਨਾਲ ਜੁੜਨਾ, ਉਹਦਾ ਪ੍ਰਭਾਵਸ਼ਾਲੀ ਹੋਣਾ ਤੇ ਪਰਿਵਾਰ ਇਹਨੂੰ ਕਿਵੇਂ ਲਊਗਾ, ਇਹ ਵੱਡੇ ਸਵਾਲ। ਦੇਖੋ ਸਵਾਲ ਤੇ ਵੀ ਆ ਕਿ ਕਿੰਨੇ ਕੁ ਕਾਂਗਰਸ ਦੇ ਸਿਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਦੇਖੋਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨੀ ਕਾਨੂੰਨਾਂ ਦਾ ਵਿਰੋਧ ਕੀਤਾ ਜੀ। ਬਾਕੀ ਜ਼ਿਲ੍ਹਾ ਪੱਧਰ ਦੇ ਉੱਤੇ ਜਾਂ ਹਲਕੇ ਪੱਧਰ ਦੇ ਉੱਤੇ ਤੁਸੀਂ ਕਿੰਨੇ ਕੁ ਵਿਧਾਇਕਾਂ ਨੂੰ, ਕਿੰਨੇ ਕੁ ਮੰਤਰੀਆਂ ਨੂੰ ਦੇਖਦੇ ਕਿ ਬਹੁਤ ਜ਼ਿਆਦਾ ਚੇਤਨ ਰਹੇ ਨੇ, ਬਹੁਤ ਜ਼ਿਆਦਾ ਵਿਚਰੇ ਨੇ ਲੋਕਾਂ ਦੇ ਵਿੱਚ। ਅਸਲ ਦੇ ਵਿੱਚ ਜਿਹੜੀ ਅਕਾਲੀ ਦਲ ਨੂੰ ਇਹ ਸੈਟਬੈਕ ਲੱਗੀ ਹੈ, ਇਹਦੇ ਵਿੱਚ ਜੋ ਪਿਛਾਂ ਇਹਨਾਂ ਨੂੰ ਖਿੱਚਿਆ ਗਿਆ, ਉਹਦਾ ਇੱਕ ਕਾਰਨ ਇਹ ਵੀ ਅਕਾਲੀ ਦਲ ਨੇ ਦੇਰ ਨਾਲ ਕਿਸਾਨਾਂ ਦੀ ਹਮਾਇਤ ਕੀਤੀ ਹੈ ਜੀ, ਦੇਰ ਨਾਲ। ਔਰ ਦੂਸਰੀ ਗੱਲ, ਜਦੋਂ ਭਾਜਪਾ ਦਾ ਨਿਰੰਤਰ ਵਿਰੋਧ ਹੋਇਆ, ਉਸੇ ਤਰ੍ਹਾਂ ਕਈ ਜਗ੍ਹਾ ਤੇ ਅਕਾਲੀ ਦਲ ਦਾ ਵੀ ਵਿਰੋਧ ਹੋਇਆ ਕਿ ਤੁਸੀਂ ਵੀ ਭਾਈਵਾਲ ਜੇ ਕਾਨੂੰਨ ਲਿਆਉਣ ਦੇ ਵਿੱਚ। ਇਹ ਜਿਹੜਾ ਖਮਿਆਜਾ ਅਕਾਲੀ ਦਲ ਨੂੰ ਭੁਗਤਣਾ ਪਿਆ। ਔਰ ਇਹਦੇ ਨਾਲ ਇਹ ਵੀ ਹੈ ਕਿ ਜਦੋਂ ਤੁਸੀਂ ਆਪਣੇ ਹਲਕਿਆਂ ਤੱਕ ਵੀ ਨਹੀਂ ਬੋਲਦੇ, ਅਸੀਂ ਬਹੁਤ ਸਾਰਾ ਦੇਖਦੇ, ਅੰਮ੍ਰਿਤਸਰ ਦਾ ਹੀ ਦੇਖਦੇ, ਕਿੰਨੇ ਕੀ ਅੰਮ੍ਰਿਤਸਰ ਕੋਲ ਮੰਤਰੀ ਕੋਈ ਨਹੀਂ ਹੈ, ਹੈਗੇ ਨੇ ਇੱਕ ਨਹੀਂ ਦੋ ਨੇ, ਲੇਕਿਨ ਉਹ ਕਿੱਥੋਂ ਤੱਕ ਨੇ, ਉਹ ਤੇ ਆਪਣੇ ਹਲਕਿਆਂ ਤੱਕ ਵੀ ਸੀਮਤ ਨਹੀਂ ਹੈ। ਔਰ ਘੱਟੋ ਘੱਟ ਵਿਕਰਮ ਮਜੀਠੀਆ ਕਿਸੇ ਦੇ ਜੰਮਣ ਮਰਨ ਤੇ ਜਾਂਦੇ ਨਹੀਂ, ਹਲਕੇ ਵਿੱਚ ਜਾਂਦੇ। ਦੇਖੋ ਵਿਕਰਮ ਲੀਡਰ ਦਾ ਵਿਚਰਨਾ ਜਿਹੜਾ ਸਮਾਜ ਲਈ ਜ਼ਰੂਰੀ ਹੋ ਜਾਂਦਾ। ਕੋਈ ਲੀਡਰ ਕੀ ਕਰ ਰਿਹਾ ਉਹਦਾ ਲੈਣ ਦੇਣ ਨਹੀਂ। ਕੋਈ ਐਸਾ ਲੀਡਰ ਨਹੀਂ ਜਿਹੜਾ ਵਿਆਹ ਭੋਗਾਂ ਤੋਂ ਗਾਂਹ ਜਾ ਰਿਹਾ, ਸਾਰੇ ਹੀ ਕਰ ਰਹੇ। ਵਿਕਰਮ ਮਜੀਠੀਆ ਕੋ ਵੱਖਰਾ ਨਹੀਂ ਕਰ ਰਹੇ। ਸਵਾਲ ਸਿਰਫ ਇੰਨਾ ਸੀਗਾ ਕਿ ਕਿਸ ਵਿਅਕਤੀ ਨੂੰ ਸੱਤਾ ਦੇ ਸੈਂਟਰ 'ਚ ਵੇਖਿਆ ਜਾਂਦਾ ਹੈ, ਕਿਸ ਵਿਅਕਤੀ ਦੇ ਕੋਲੋਂ ਤੁਹਾਨੂੰ ਆਸ ਹੁੰਦੀ ਹੈ ਕਿ ਇਹ ਲੋੜ ਪੈਣ ਤੇ ਨਾਲ ਖਲੋਊਗਾ, ਤੁਸੀਂ ਠੀਕ ਹੋਵੋ ਜਾਂ ਗਲਤ। ਰਾਜਨੀਤੀ ਦੀ ਇਸ ਦਿਸ਼ਾ ਨੂੰ ਤੁਸੀਂ ਹਰਗਿਜ਼ ਸਪੋਰਟ ਨਹੀਂ ਕਰ ਸਕਦੇ ਕਿ ਰਾਜਨੀਤੀ ਜਿਹੜੀ ਆ ਉਹ ਮੁੱਦਿਆਂ ਤੋਂ ਬਾਹਰ ਹੋਵੇ, ਸਿਧਾਂਤ ਤੋਂ ਬਾਹਰ ਹੋਵੇ, ਲੋਕਾਂ ਦੀ ਭਲਾਈ ਤੋਂ ਬਾਹਰ ਹੋਵੇ। ਰਾਜਨੀਤੀ ਨਿਜਲੀ ਨਹੀਂ ਹੋਣੀ ਚਾਹੀਦੀ, ਧੜਿਆਂ ਲਈ ਨਹੀਂ ਹੋਣੀ ਚਾਹੀਦੀ, ਲੇਕਿਨ ਧੜਿਆਂ ਲਈ ਹੋ ਰਹੀ ਹੈ। ਮੈਂ ਇਸ ਤੋਂ ਅੱਗੇ ਜਾਊਂਗਾ। ਭਗਵੰਤ ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਬਣੀ ਲਹਿਰ ਡੋਬੀ। ਭਗਵੰਤ ਮਾਨ ਨੇ ਪੰਜਾਬ ਦੇ ਵਿੱਚ 2014 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਕੇ, ਸਮਰਥਨ ਦੇ ਕੇ ਮਦਦ ਕੀਤੀ। 2017 ਤੱਕ ਆਉਂਦਿਆਂ ਤੱਕ ਉਹਦਾ ਚਿਹਰਾ ਖਲਨਾਇਕ ਵਰਗਾ ਹੋ ਗਿਆ। ਮੈਂ ਨਹੀਂ, ਸਿਰਫ ਮੈਂ ਤੇ ਕੋਈ ਨਹੀਂ, ਮੈਂ ਤੱਕ ਦੇ ਸਫ਼ਰ ਨੇ ਆਮ ਆਦਮੀ ਪਾਰਟੀ ਨੂੰ ਉੱਥੇ ਲਿਆ ਕੇ ਖੜਾ ਕਰਤਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਹ ਵੇਖ ਕੇ ਚੱਲਦੇ ਪਏ ਸੀ ਕਿ 2022 ਦਾ ਜਿਹੜਾ ਲੜਾਈ ਸਾਰੀ ਆਮ ਆਦਮੀ ਪਾਰਟੀ ਨਾਲ ਵਿੱਢੀ ਹੋਈ ਸੀ। ਲੇਕਿਨ ਪੰਜਾਬ ਦੇ ਲੋਕਾਂ ਨੇ, ਜਿੰਨਾ ਚਿਰ ਤੁਸੀਂ ਸਿਆਸਤ ਵਿੱਚ ਸੁਹਿਰਦਤਾ ਨਹੀਂ ਵਿਖਾਉਂਦੇ, ਜਿੰਨਾ ਚਿਰ ਸਿਆਸਤ ਦੇ ਵਿੱਚ ਕਮਿਟਮੈਂਟ ਤੇ ਮੁੱਦੇ ਨਹੀਂ ਦੱਸਦੇ, ਜਿੰਨਾ ਚਿਰ ਤੁਸੀਂ ਇੱਥੋਂ ਦੇ ਕਲਚਰ ਨੂੰ ਅਪਣਾਉਂਦੇ ਨਹੀਂ, ਸਮਝਦੇ ਨਹੀਂ ਤੇ ਉਹਦੇ ਲਈ ਲੜਦੇ ਨਹੀਂ, ਲੋਕਾਂ ਨੇ ਉੱਪਰਲੀਆਂ ਗੱਲਾਂ ਨੂੰ ਨਕਾਰਤਾ ਹੈ। ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਦੀ ਹੇਡ ਜਿਹੜੀ ਹੈ, ਸੁਖਪਾਲ ਖਹਿਰੇ ਦੇ ਬਾਹਰ ਨਿਕਲਣ ਤੋਂ ਬਾਅਦ ਬਾਕੀ ਪੂਰੀ ਲੀਡਰਸ਼ਿਪ ਨਕਾਰੀ ਗਈ ਹੈ। ਭਗਵੰਤ ਮਾਨ ਬੁਰੀ ਤਰ੍ਹਾਂ ਨਾਲ ਫੇਲ ਹੋਇਆ ਔਰ ਇਸ ਇਲੈਕਸ਼ਨ ਨੇ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਨੀਵੇਂ ਥਾਂ ਬੈਠ ਕੇ ਸੋਚਣ ਲਈ ਮਜਬੂਰ ਕਰਤਾ ਹੈ, ਉਸ ਜਗ੍ਹਾ ਤੇ ਮੰਥਨ ਕਰਨ ਲਈ ਬੈਠਣ ਲਈ ਮਜਬੂਰ ਕਰਤਾ ਹੈ ਜਿੱਥੋਂ ਤੁਹਾਨੂੰ ABC ਤੋਂ ਸ਼ੁਰੂ ਕਰਨਾ ਪਊਗਾ। ਇਸ ਵੇਲੇ ਪੰਜਾਬ ਦੀ ਪੋਲਿਟਿਕਸ ਵਿੱਚ ਆਮ ਆਦਮੀ ਪਾਰਟੀ ਜੇ ਸਭ ਤੋਂ ਜ਼ਿਆਦਾ ਗਵਾਉਣ ਵਾਲੀ ਹੈ ਬੀਜੇਪੀ ਤੋਂ ਬਾਅਦ। ਬੀਜੇਪੀ ਤਾਂ ਹਾਲਾਂਕਿ ਕਿਉਂਕਿ ਇੱਕ ਲੜਾਈ 'ਚ ਪਈ ਹੈ, ਲੇਕਿਨ ਆਮ ਆਦਮੀ ਪਾਰਟੀ ਉੱਥੇ ਕਿਸਾਨੀ ਦੀ ਮਦਦ ਕਰਨ ਦੀ ਕੋਸ਼ਿਸ਼ ਵਿੱਚ, ਆੜ ਵਿੱਚ, ਇੰਟਰਨੈਟ ਫ੍ਰੀ ਦੇਣ ਤੋਂ ਲੈ ਕੇ ਹੋਰ ਟਾਇਲਟਸ ਤੱਕ ਕਈ ਸਹੂਲਤਾਂ ਦੇਣ ਦੀ ਦਾਅਵੇ ਕਰਦੀ ਰਹੀ ਹੈ। ਲੇਕਿਨ ਸੱਚ ਇਹ ਆ ਕਿ ਉਹਨੂੰ ਲੋਕਾਂ ਨੇ ਤਵੱਜੋ ਨਹੀਂ ਦਿੱਤੀ, ਕਿਉਂਕਿ ਬੁਨਿਆਦੀ ਤੌਰ ਤੇ ਧਰਾਤਲ ਦੇ ਉੱਤੇ, ਜ਼ਮੀਨ ਦੇ ਉੱਤੇ ਜੋ ਕਰਨਾ ਸੀ ਉਹਨਾਂ ਤੋਂ ਕਰ ਨਹੀਂ ਬਣਿਆ, ਉਹਨਾਂ ਤੋਂ ਸਰਿਆ ਨਹੀਂ ਤੇ ਲੋਕਾਂ ਨੇ ਉਹਨਾਂ ਨੂੰ ਗੱਲ ਨਾਲ ਨਹੀਂ ਲਾਇਆ। ਸੀਪੀਆਈ ਕਿਤੇ ਜਾ ਕੇ ਜੋਗਾ ਦੇ ਵਿੱਚ ਖੜੀ ਹੁੰਦੀ ਨਜ਼ਰ ਆਉਂਦੀ ਹੈ। ਜਿਹੜਾ ਸੰਗਰੂਰ ਦੇ ਵਿੱਚ, ਜਦੋਂ ਭਗਵੰਤ ਮਾਨ ਦੀ ਗੱਲ ਕਰਾਂਗੇ, ਸੰਗਰੂਰ ਦੀ ਗੱਲ ਕਰਾਂਗੇ, ਸਿਰਫ 5 ਕੌਂਸਲਰ ਜਿੱਤ ਰਹੇ ਨੇ ਜੀ, ਸਿਰਫ 5 ਕੌਂਸਲਰ ਨੇ 87 ਚੋਂ। ਲੇਕਿਨ ਦੂਸਰੇ ਪਾਸੇ ਜੀ ਉਹਦੀ ਜਿੱਦਾਂ ਪਰਫਾਰਮੈਂਸ ਦੇਖੋ, 2014 ਚ 4 ਮੈਂਬਰ ਪਾਰਲੀਮੈਂਟ ਜੀ, 2017 ਚ 20 ਵਿਧਾਇਕ ਤੇ ਹੁਣ ਕੀ ਆ, ਸਾਰੇ 24 ਕੌਂਸਲਰ ਜੀ। ਕੀ ਮੰਨੋਗੇ ਤੁਸੀਂ? ਲੇਕਿਨ ਸਵਾਲ ਉਹੀ ਆ ਕਿ ਤੁਹਾਡਾ ਜਿਹੜਾ ਇੱਕ ਦਿੱਲੀ ਮਾਡਲ ਜਿਹੜਾ ਤੁਸੀਂ ਪੇਸ਼ ਕਰ ਰਹੇ ਸੀ ਜੀ, ਅਜੇ ਵੀ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਚੜੇ ਨੇ ਕੇਜਰੀਵਾਲ ਸਰਕਾਰ ਦੇ। ਹਾਂ, ਮੈਂ ਕੱਲ ਦੀ ਪੰਜਾਬੀ ਟ੍ਰਿਬਿਊਨ ਵਿੱਚ ਦੇਖਿਆ, ਹੋਰ ਵੀ ਹੋ ਸਕਦੇ, ਹੋਰ ਵੀ ਸਾਰਿਆਂ ਚ ਜੀ। ਲੇਕਿਨ ਉਸ ਮਾਡਲ ਨੂੰ ਤੁਸੀਂ ਲੋਕਾਂ ਤੱਕ ਜਦੋਂ ਪਹੁੰਚਾ ਹੀ ਨਹੀਂ ਸਕੇ ਤੇ ਫਿਰ ਤੁਹਾਡੀ ਕੀ ਪ੍ਰਾਪਤੀ? ਨਹੀਂ ਸਰਦਾਰ ਜੀ, ਮੈਂ ਤੁਹਾਨੂੰ ਰੋਕਾਂ।
ਮਾਡਲ ਕੀ ਹੁੰਦੇ ਆ? ਮਾਡਲ ਕਿਸੇ ਸੱਭਿਅਤਾ ਦੇ ਮੌਲਣ ਦੇ ਆਧਾਰ ਹੁੰਦੇ। ਬਿਲਕੁਲ ਠੀਕ ਹੈ ਜੀ। ਜਿਸ ਸੱਭਿਅਤਾ ਨੂੰ ਹਰ ਪਾਸਿਓਂ ਹਮਲਾ ਸੀ ਉਹਨੂੰ ਤੁਸੀਂ ਦਿੱਲੀ ਦੀ ਭਰੀ ਆਬਾਦੀ ਨਾਲ ਕਿਵੇਂ ਜੋੜ ਸਕਦੇ ਹੋ? ਬਿਲਕੁਲ। ਦਿੱਲੀ ਦੇ ਵਿੱਚ ਵਸਣ ਵਾਲੇ ਹਰੇਕ ਵਿਅਕਤੀ ਦਾ ਕਾਰੋਬਾਰ ਨਾਲ ਸਿੱਧਾ ਸੰਬੰਧ ਹੈ। ਦਿੱਲੀ ਵਿੱਚ ਪੂਰੇ ਦੇਸ਼ ਵਿੱਚੋਂ ਲੋਕ ਆ ਕੇ ਵਸਦੇ, ਉੱਥੋਂ ਦੇ ਹੋ ਕੇ ਰਹਿ ਜਾਂਦੇ ਆ। ਔਰ ਦੂਜੀ ਗੱਲ ਹੈ ਕਿ ਉੱਥੇ ਤੁਹਾਡੇ ਕੋਲ ਜਿੰਨੀ ਘਣੀ ਆਬਾਦੀ ਆ ਉਹਦੇ ਵਿੱਚ ਪ੍ਰਬੰਧ ਕਰਨੇ, ਪਹੁੰਚ ਕਰਨੀ ਬਹੁਤ ਆਸਾਨ। ਪੰਜਾਬ ਦੇ ਖੇਤਾਂ ਤੋਂ ਲੈ ਕੇ ਔਰ ਤੁਸੀਂ ਜੇ ਕਾਰੋਬਾਰਾਂ ਤੱਕ ਦੇਖੋਗੇ ਹਰ ਜਗ੍ਹਾ ਖੜੋਤ ਸੀ। ਪੰਜਾਬ ਦੇ ਕਲਚਰ ਵਿੱਚ ਧਰਮਾਂ ਤੋਂ ਲੈ ਕੇ ਜਾਤੀ ਵਲਗਣਾ ਤੋਂ ਲੈ ਕੇ ਹਰ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਰੰਗ। ਕੇਜਰੀਵਾਲ ਨੇ ਜਿਸ ਨੇ ਜੋ ਕਿਹਾ ਉਹਦੇ ਹਿਸਾਬ ਨਾਲ ਇਹਨੂੰ ਸਮਝਣ ਦੀ ਯਤਨ ਕੀਤਾ। ਤੁਹਾਨੂੰ ਯਾਦ ਹੈ ਮੈਂ ਇੱਕ ਜਗ੍ਹਾ ਤੁਹਾਡੇ ਨਾਲ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਅੰਗਰੇਜ਼ ਆਉਂਦਾ ਈਸਟ ਇੰਡੀਆ ਕੰਪਨੀ ਉਹਨਾਂ ਲੋਕਾਂ ਨੂੰ ਹਾਇਰ ਕਰਦੀ ਹੈ ਜਿਹੜੇ ਇੱਥੋਂ ਦੇ ਧਰਾਤਲ ਨੂੰ ਸਮਝ ਸਕਣ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੜਿਆ ਜਾਂਦਾ, ਸਮਝਿਆ ਜਾਂਦਾ, ਉਹਦੀ ਸਟਰੈਂਥ ਨੂੰ, ਉਹਦੀ ਤਾਕਤ ਨੂੰ ਨਾਪਿਆ ਜਾਂਦਾ, ਫਿਰ ਉਹਦੀਆਂ ਕਮਜ਼ੋਰ ਕੜੀਆਂ ਗਣੀਆਂ ਜਾਂਦੀਆਂ। ਉਹਨੂੰ ਬੇਦਖਲ ਕਰਨ ਲਈ, ਉਤੋਂ ਸੱਤਾ ਖੋਣ ਲਈ ਸਾਲਾਂ ਦਾ, ਦਹਾਕਿਆਂ ਦਾ ਸਟਰਗਲ ਚੱਲਦਾ। ਉਹ ਸਟੱਡੀ ਸੀ, ਉਹ ਲੜਾਈ ਸੀ। ਅੰਗਰੇਜ਼ ਅਖੀਰ ਦੇ ਵਿੱਚ ਕਾਮਯਾਬ ਹੁੰਦੇ ਆ ਕਿਉਂਕਿ ਵਿਧੀਵਤ ਤਰੀਕੇ ਨਾਲ ਲੜਦੇ, ਵਿਧੀਵਤ ਤਰੀਕੇ ਨਾਲ ਲੜਦੇ। ਔਰ ਜਿਹੜੀ ਅੰਦਰ ਫੁੱਟ ਪੈ ਗਈ ਜੀ, ਜਿਹੜਾ ਫੁੱਟ ਕ੍ਰੀਏਟ ਕੀਤੀ ਗਈ ਅੰਦਰ ਸਿੱਖ ਰਾਜ ਦੇ ਅੰਦਰ, ਉਹ ਉਹਦੇ ਕਰਕੇ ਸਫਲ ਹੋਏ ਅਖੀਰ ਤੇ ਜਾ ਕੇ। ਆਖਿਰ ਫੁੱਟ ਪਈ ਕਿ ਪਾਤੀ ਗਈ? ਪਾਤੀ ਗਈ। ਮੈਂ ਉਹੀ ਕਹਿਣਾ ਹੈ ਕਿ ਅਗਲਿਆਂ ਨੇ ਹੋਮਵਰਕ ਕੀਤਾ ਤੇ ਹੋਮਵਰਕ ਦੇ ਆਧਾਰ ਦੇ ਉੱਤੇ ਲੜਾਈ ਲੜੀ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੇ ਹੱਲੇ 'ਚ 2014 'ਚ ਜਿੱਤ ਜਾਂਦੀ ਹੈ ਕਿਉਂਕਿ ਲੋਕ ਕਹਿੰਦੇ ਆ ਕਿ ਕੇਜਰੀਵਾਲ ਵੱਡਿਆਂ ਦੇ ਗਲਮੇ ਨੂੰ ਹੱਥ ਪਾ ਰਿਹਾ। ਇਹ ਸਾਡਾ 2012 ਦਾ ਹੋਮਵਰਕ ਸੀ ਜਿਹੜਾ ਪੰਜਾਬੀਆਂ ਦੇ ਸੁਭਾਅ ਦਾ ਖਾਸਾ ਹੈ ਕਿ ਨਾਇਕ ਨੂੰ ਚੁਣਦੇ ਆ। ਕੇਜਰੀਵਾਲ ਪੰਜਾਬੀਆਂ ਨੂੰ ਨਾਇਕ ਲੱਗਿਆ ਕਿ ਇਹ ਕਿਸੇ ਨੂੰ ਨਹੀਂ ਬਖਸ਼ਦਾ। ਇਹ ਨਾ ਤਾਂ ਸੋਨੀਆ ਗਾਂਧੀ ਦੇ ਜਵਾਈ ਨੂੰ ਬਖਸ਼ਦਾ ਹੈ ਤੇ ਨਾ ਇਹ ਕਾਰਪੋਰੇਟਸ ਨੂੰ ਬਖਸ਼ਦਾ ਹੈ। ਕੇਜਰੀਵਾਲ ਦੀ ਕਾਮਯਾਬੀ ਨੇ ਉਹਨੂੰ ਅੱਗੇ ਤੋਰਨਾ ਸੀ। ਉਹ ਵਿਅਕਤੀ IIT ਦਾ ਪੜਿਆ, ਉਹ ਵਿਅਕਤੀ IFS ਤੱਕ ਪਹੁੰਚਿਆ, IRS ਤੱਕ ਇੰਟੈਲੀਜੈਂਟ ਬੰਦਾ ਸੀਗਾ, ਰੈਵਨਿਊ ਸਰਵਿਸ ਦਾ ਬੰਦਾ, ਜਮਾ ਘਟਾਓ ਕਰਨਾ ਆਉਂਦਾ। ਉਸ ਵਿਅਕਤੀ ਨੇ ਪੰਜਾਬ ਦੇ ਕਲਚਰ ਨੂੰ ਲੈ ਕੇ, ਇੱਥੋਂ ਦੀਆਂ ਜਾਤੀਗਤ ਸਮੀਕਰਨਾਂ ਨੂੰ ਲੈ ਕੇ, ਇੱਥੋਂ ਦੇ ਸੱਭਿਆਚਾਰਕ ਧਰਾਤਲ ਨੂੰ ਜਿੱਥੇ ਧਰਮ ਵੀ ਮੌਲਦਾ ਹੈ ਤੇ ਬਾਕੀ ਚੀਜ਼ਾਂ ਵੀ, ਉਹਨੂੰ ਸਟੱਡੀ ਕੀਤੇ ਬਿਨਾ ਕਦੇ ਉਹ ਗਰਮ ਖਿਆਲੀਆਂ ਕੋਲ ਗਿਆ, ਕਦੇ ਨਰਮ ਖਿਆਲੀਆਂ ਕੋਲ ਗਿਆ, ਕਦੇ ਉਹ ਸੰਤ ਬਾਬਿਆਂ ਕੋਲ ਗਿਆ, ਕਦੇ ਉਹਨੇ ਜਿਹੜੇ ਆ ਉਹ ਸਾਰੇ ਧੰਦੇ ਅਪਣਾ ਲਏ। ਤਾਰਾ ਸਿੰਘ ਜੋਹਲ ਤੋਂ ਲੈ ਕੇ ਹਰ ਬੰਦਾ ਉਹਨੇ ਵਰਤਿਆ। ਉਹਦੀ ਜਿਹੜੀ ਪ੍ਰਯੋਗਸ਼ਾਲਾ ਸੀ ਉਹਦੇ ਤਜਰਬੇ ਤੇ ਬੜੇ ਹੋਏ, ਲੇਕਿਨ ਨਤੀਜਾ ਕੋਈ ਨਾ ਨਿਕਲਿਆ। ਨਤੀਜਾ ਇੱਕ ਵੱਡਾ ਫੇਲੀਅਰ। ਹਾਂ, ਪੰਜਾਬ ਜਿਹੜਾ ਇੱਕ ਜ਼ਰਖੇਜ਼ ਜ਼ਮੀਨ ਸੀ ਸਿਆਸਤ ਲਈ ਤੇ ਖਾਲੀ ਪਈ ਸੀ। ਬਿਲਕੁਲ ਉਸ ਪਿੱਚ ਤੇ ਖੇਡਣਾ ਸੀ ਜਿਸ ਪਿੱਚ ਤੇ ਬਾਕੀ ਖਿਡਾਰੀ ਨਸਲ ਹੋ ਗਏ। ਬਿਲਕੁਲ ਠੀਕ ਹੈ ਜੀ। ਪੰਜਾਬ ਦੇ ਲੋਕਾਂ ਨੇ ਇੱਕ ਤਰ੍ਹਾਂ ਨਾਲ ਖਾਲੀ ਪਏ ਮੈਦਾਨ 'ਚ ਕੇਜਰੀਵਾਲ ਲਈ ਸਮਰਥਨ ਦਿੱਤਾ। ਔਰ ਉਸ ਵੇਲੇ ਜੇਕਰ ਪੰਜਾਬ ਦੀ ਰਾਜਨੀਤੀ ਵਿੱਚ ਸੁਖਪਾਲ ਸਿੰਘ ਖਹਿਰਾ ਤੋਂ ਲੈ ਕੇ ਜਿਹੜੇ ਜਗਮੀਤ ਬਰਾੜ ਵੀ ਇੱਛਾ ਰੱਖਦੇ ਸੀ, ਨਵਜੋਤ ਸਿੰਘ ਸਿੱਧੂ, ਕਿਸੇ ਨੂੰ ਚੁਣਿਆ ਹੀ ਨਾ। ਕੇਜਰੀਵਾਲ ਨੇ ਇੱਕ ਨਹੀਂ ਤਿੰਨ ਗਲਤੀਆਂ ਕੀਤੀਆਂ। ਜਦੋਂ ਤੁਸੀਂ ਕਨਈਆ ਕੁਮਾਰ ਨੂੰ ਵੇਖਦੇ ਹੋ, ਬਿਹਾਰ ਲਈ ਉਹ ਬਿਹਤਰ ਚਿਹਰਾ ਸੀ। ਕੇਜਰੀਵਾਲ ਨੇ ਜਿਹੜਾ ਗੁਜਰਾਤ ਦੇ ਵਿੱਚ ਪਟੇਲ ਲੜਕਾ ਸੀਗਾ, ਹਾਰਦਿਕ ਪਟੇਲ, ਉਹਨੂੰ ਵੀ ਦਰਕਨਾਰ ਕਰਤਾ। ਕੇਜਰੀਵਾਲ ਚਾਹੁੰਦਾ ਤੇ ਨੌਜਵਾਨਾਂ ਦੀ ਟੀਮ ਨਾਲ ਲੜ ਕੇ ਪੂਰੇ ਦੇਸ਼ ਵਿੱਚ ਇੱਕ ਨਵਾਂ ਚਿਹਰਾ ਪੈਦਾ ਹੋ ਸਕਦਾ ਸੀ, ਪਰ ਅਫਸੋਸ ਉਹ ਗਿਣਤੀਆਂ 'ਚ ਰਹਿ ਗਿਆ। ਉਹਨੂੰ ਆਪਣੇ ਤੋਂ ਵੱਡਾ ਲੀਡਰ ਚਾਹੀਦਾ ਹੀ ਨਹੀਂ, ਉਹਨੂੰ ਆਪਣੇ ਹਾਣ ਦਾ ਲੀਡਰ ਨਹੀਂ ਸੀ ਚਾਹੀਦਾ, ਉਹਨੂੰ ਜੀ ਹਜ਼ੂਰੀਏ ਚਾਹੀਦੇ ਸੀ। ਕੁੱਲ ਮਿਲਾ ਕੇ ਉਹਦੇ ਕੋਲ ਬਚਿਆ ਭਗਵੰਤ ਮਾਨ ਵੀ ਐਸਾ ਜਿਹਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ। ਉਹਦੇ ਹਾਣ ਦੀ ਸੋਚ ਰੱਖਣ ਲਈ, ਉਹਦੇ ਹਾਣ ਦਾ ਵਿਜ਼ਨ ਲਿਆਉਣ ਲਈ ਭਾਵੇਂ ਉਹਨੇ ਕੁਝ ਨਹੀਂ ਕੀਤਾ, ਲੇਕਿਨ ਉਹਨੂੰ ਕੁਰਸੀ ਚਾਹੀਦੀ ਆ ਇੱਕ ਬੱਚੇ ਦੀ ਜਿੱਦ ਵਾਂਗ। ਔਰ ਉਸ ਬੱਚੇ ਦੀ ਜਿੱਦ ਵਿੱਚੋਂ ਬਾਕੀ ਲੀਡਰਸ਼ਿਪ ਦਰਕਨਾਰ ਕਰਤੀ ਗਈ ਤੇ ਅੱਜ ਆਮ ਆਦਮੀ ਪਾਰਟੀ ਦੇ ਇਹ ਹਾਲ ਆ। ਹੁਣ ਇਹ ਜ਼ਰੂਰ ਦੱਸ ਦਿਓ ਕਿ CPI ਇੱਕ ਜਗ੍ਹਾ ਜਿੱਤੀ ਆ, ਕਾਮਰੇਡ ਮੁੜ ਕੇ ਜਿਹੜੇ ਆ ਉਹ ਬਸਤੇ ਬਾਹਰ ਕੱਢ ਲੈਣਗੇ। ਕਾਮਰੇਡਾਂ ਦਾ ਆਗਮਨ ਬਸਪਾ ਨੇ ਆਪਣਾ ਆਧਾਰ ਜਿਹੜਾ ਉਹ ਮਾਰਨਾ ਸ਼ੁਰੂ ਕਰ ਦਿੱਤਾ। ਬਸਪਾ ਨੇ ਆਪਣੀ ਆਮਦ ਦਰਜ ਕਰਵਾ ਦਿੱਤੀ ਹੈ। ਲੇਕਿਨ ਸਵਾਲ ਇਹ ਆ ਕਿ ਇੱਕ ਅਹਿਮ ਸਵਾਲ ਹੈ ਕਿ 1 ਸਾਲ ਦਾ ਸਮਾਂ ਇਹ ਸਾਰੇ ਨਗਰ ਕੌਂਸਲਾਂ ਕੋਲ ਤੇ ਨਗਰ ਨਿਗਮਾਂ ਦੇ ਕੋਲ ਹੈ। ਹੁਣ ਜਿਸ ਪਾਰਟੀ ਨੂੰ ਵੀ ਜੋ ਕੁਝ ਵੀ ਮਿਲ ਗਿਆ ਇਹਦੇ ਨਾਲ ਗੁਜ਼ਾਰਾ ਕਰਨਾ ਪੈਣਾ। ਇਸ ਆਧਾਰ ਨੂੰ ਲੈ ਕੇ ਇਮਾਰਤ ਖੜੀ ਕਰਨੀ ਪੈਣੀ ਹੈ। ਸਭ ਤੋਂ ਅਹਿਮ
ਕੈਪਟਨ ਅਮਰਿੰਦਰ ਸਿੰਘ ਅੱਜ 2022 ਦੇ ਫੇਰ ਮੁੱਖ ਮੰਤਰੀ ਵਜੋਂ ਉਭਾਰੇ ਜਾਣਗੇ। ਉਹਨਾਂ ਦੀ ਕੰਪੇਨ ਸ਼ੁਰੂ ਹੋ ਰਹੀ ਹੈ। ਉਹਦਾ ਆਧਾਰ ਵੀ ਇਹੋ ਹੀ ਲੋਕ ਆਧਾਰ ਹੋਵੇਗਾ। ਜਿਹੜੇ ਤੁਸੀਂ ਬਾਦਲ ਦਲ ਦੀ ਗੱਲ ਕੀਤੀ ਜੀ, ਉੱਥੇ ਜੋ ਸੱਤਾ ਤਬਦੀਲੀ ਆਉਂਦੀ ਆ ਨਹੀਂ ਆਉਂਦੀ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਰਿਸ਼ਤਿਆਂ ਨੂੰ ਦੁਬਾਰਾ ਜੋੜਿਆ ਜਾਂਦਾ ਜਾਂ ਦੂਰੀਆਂ ਬਣਾਈਆਂ ਜਾਂਦੀਆਂ ਨੇ ਜੀ, ਆਖਰਕਾਰ ਫਿਰ ਉੱਥੇ ਹੀ ਆਉਣਾ ਜੀ। ਤਿਆਰੀ ਤੇ ਫਿਰ ਉੱਥੇ ਹੋਣੀ ਹੈ ਨਾ 2022 ਤੇ। ਲੇਕਿਨ 1 ਸਾਲ ਦੇ ਵਿੱਚ ਆ ਜਿਹੜੀਆਂ ਕੌਂਸਲਾਂ ਜਿੱਥੇ ਤੁਸੀਂ ਵਿਕਾਸ ਦੇ ਦਾਅਵੇ ਕੀਤੇ ਆ, ਉਹ ਜਿਹੜੇ ਪਹਿਲਾਂ ਤੇ ਤੁਹਾਡੇ ਦਾਅਵੇ ਪੂਰੇ ਨਹੀਂ ਹੋਏ। ਤੁਹਾਡੇ ਜਿਹੜੇ ਚੋਣ ਮੈਨੀਫੈਸਟੋ ਅਜੇ ਤੱਕ ਬਸਤਿਆਂ 'ਚ ਹੀ ਪਏ ਨੇ। ਉਹ ਚੋਣ ਮੈਨੀਫੈਸਟੋ ਤਾਂ ਦੇਖੋ ਸਰਦਾਰ ਸਾਹਿਬ ਨਿਰਾਰਥਕ ਹੋ ਗਿਆ। ਚੋਣ ਮੈਨੀਫੈਸਟੋ ਨੂੰ ਲੈ ਕੇ ਕਿਸੇ ਦੇ ਅੰਦਰ ਕੋਈ ਕਿਉਰਿਓਸਿਟੀ, ਕੋਈ ਜਿਗਿਆਸਾ ਨਹੀਂ ਹੁੰਦੀ। ਸਭ ਤੋਂ ਜ਼ਿਆਦਾ ਵਪਾਰੀ ਵਰਗ ਇਹਨੂੰ ਦੇਖ ਕੇ ਉਤਸ਼ਾਹਿਤ ਹੁੰਦਾ ਸੀ। ਮੈਨੂੰ ਯਾਦ ਹੈ ਪੁਰਾਣੇ ਸਮਿਆਂ 'ਚ, ਅੱਜ ਤੋਂ ਦਹਾਕਾ ਪਹਿਲਾਂ। ਹੁਣ ਵਪਾਰੀਆਂ ਨੂੰ ਵੀ ਪਤਾ ਕਿ ਇਹ ਮਹਿਜ ਦਿਖਾਵਾ ਹੈ, ਰਸਮ ਹੈ, ਰਸਮ ਤੋਂ ਅੱਗੇ ਕੋਈ ਨਹੀਂ। ਲੇਕਿਨ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਈ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਦੋਂ ਦੇ ਜਿਹੜੇ ਜਿਹਨੂੰ ਸ਼ਰੀਕੇਬਾਜ਼ੀ ਚ ਆਇਆ, ਉਸ ਤੋਂ ਬਾਅਦ ਕਹਿੰਦੇ ਹੁੰਦੇ ਸੀ ਨਾ ਸਿੱਧੂ ਦਾ ਸਿਤਾਰਾ ਬੜਾ ਬੁਲੰਦ ਹੈ। ਸਿੱਧੂ ਆਪ ਵੀ ਦਾਅਵਾ ਕਰਦੇ ਰਹੇ ਕਿ ਮੈਂ ਆਪਣੇ ਆਪ ਨੂੰ ਇੱਥੋਂ ਤੱਕ ਲੈ ਗਿਆ ਕੀਤਾ। ਪਰ ਮੈਂ ਇਸ ਵਿਅਕਤੀ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ ਜੇਕਰ ਸਟਾਰਸ ਦੇ ਮਾਮਲੇ 'ਚ ਇਹ ਦੋ ਸਿੱਧੂਆਂ ਦੀ ਲੜਾਈ ਸੀ, ਇੱਕੋ ਸ਼ਹਿਰ ਦੇ ਦੋ ਬੰਦੇ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ। ਨਵਜੋਤ ਸਿੰਘ ਸਿੱਧੂ ਦੇ ਪਿਤਾ ਵੀ ਇੱਕ ਪ੍ਰਭਾਵਸ਼ਾਲੀ ਹਸਤੀ ਸੀਗੇ, ਖਾਂਦੇ ਪੀਂਦੇ ਘਰੋਂ ਸੀ ਸਿੱਧੂ, ਤੇ ਕੈਪਟਨ ਅਮਰਿੰਦਰ ਸਿੰਘ ਰਾਜ ਘਰਾਣੇ ਚੋਂ। ਹੁਣ ਦੋਨਾਂ ਦੇ ਸਟਾਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਰ ਵਾਰੀ ਬਾਜੀ ਮਾਰ ਜਾਂਦੇ ਰਹੇ। ਬਥੇਰੀ ਪਿਓ ਪੁੱਤ ਵਾਲੀ ਗੱਲ ਹੋਈ, ਸਾਰਾ ਕੁਝ ਹੋਇਆ। ਲੇਕਿਨ ਹੁਣ ਜਿੱਥੇ ਗੱਲ ਖਲੋਤੀ ਆ ਕਿ ਇੱਕ ਲੰਚ ਤੋਂ ਬਾਅਦ ਦੋਨਾਂ 'ਚ ਫਿਰ ਇੱਕ ਰਗੜ ਪੈਦਾ ਹੋ ਗਈ। ਇੱਕ ਲੰਚ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਦਿੰਦੇ ਆ, ਜਿਹਦੇ ਬਾਰੇ ਸਪਸ਼ਟੀਕਰਨ ਆਇਆ ਸੀ ਕਿ ਸਿੱਧੂ ਸਾਹਿਬ ਨੇ ਜ਼ਿਆਦਾ ਕੁਝ ਨਹੀਂ ਖਾਧਾ। ਠੀਕ ਹੈ ਜੀ। ਲੇਕਿਨ ਉਸ ਤੋਂ ਬਾਅਦ ਗੱਲ ਫਿਰ ਕਿਸੇ ਨਾ ਕਿਸੇ ਜਗ੍ਹਾ ਫਸ ਗਈ, ਜਿਹਨੂੰ ਇਸ ਇਲੈਕਸ਼ਨ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਦਰਬਾਰ ਚੋਂ ਪ੍ਰਿਯੰਕਾ ਗਾਂਧੀ ਦੀ ਸਹਿਮਤੀ ਨਾਲ ਅੱਗੇ ਤੋਰਨ ਦਾ ਅਚਨਚੇਤ ਅਮਰਿੰਦਰ ਸਿੰਘ ਤਾਕਤਵਰ ਹੋ ਕੇ ਆ ਜਾਂਦੇ। ਪਹਿਲੀ ਵਾਰੀ ਕਾਂਗਰਸ ਨੂੰ ਕਾਫੀ ਵੱਡਾ ਸਮਰਥਨ ਮਿਲਦਾ। ਕਾਂਗਰਸ ਐਸੀ ਸਥਿਤੀ 'ਚ ਆ ਗਈ ਹੈ ਜਿੱਥੇ ਅਕਾਲੀ ਦਲ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਇਲੈਕਸ਼ਨ ਲੁੱਟ ਕੇ ਲੈ ਗਏ, ਕਿਉਂਕਿ ਮਜੀਠਾ ਅਗਲਿਆਂ ਦਾ ਜਿੱਤ ਗਿਆ। ਉਹਨਾਂ ਕਹਿਣਾ ਅੱਛਾ ਇਹਦਾ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਮਜੀਠਾ ਦੀ ਆਪਸ ਵਿੱਚ ਸਾਂਝ, ਇਹ ਕੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਉਹਨਾਂ ਨੂੰ ਇਲੈਕਸ਼ਨ ਲੁਟਾਤੀ। ਅਕਾਲੀ ਦਲ ਲਈ ਕਈ ਸੰਕਟ ਖੜੇ ਆ। ਅਮਰਿੰਦਰ ਸਿੰਘ ਤੇ ਹਮਲਾ ਕਰਨ ਲਈ ਤੁਹਾਨੂੰ ਸ਼ਬਦਾਂ ਦੀ ਚੋਣ ਸੋਚ ਕੇ ਕਰਨੀ ਪੈਣੀ ਸੀ, ਲੇਕਿਨ ਘਾਟੇ ਦਾ ਸੌਦਾ ਸਿੱਧੂ ਲਈ ਹੋਇਆ। ਜੇ ਇਸ ਇਲੈਕਸ਼ਨ ਤੋਂ ਪਹਿਲਾਂ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਜਗ੍ਹਾ ਤੇ ਸਹਿਮਤੀ ਬਣਾ ਲੈਂਦੇ, ਨੈਗੋਸੀਏਸ਼ਨ ਦੇ ਵਿੱਚ ਕੁਝ ਲੈਣ ਦੇਣ ਹੋ ਜਾਂਦਾ, ਤੇ ਉਹਨਾਂ ਲਈ ਇਹ ਜਿੱਤ ਜਿਹੜੀ ਹੁਣ ਇਕੱਲੇ ਕੈਪਟਨ ਦੀ ਸੀ, ਇਹ ਸਿੱਧੂ ਦੇ ਹੱਕ 'ਚ ਵੀ ਜਾਣੀ ਸੀ, ਕਿਉਂਕਿ 5-7 ਰੈਲੀਆਂ 'ਚ ਉਹਨਾਂ ਵੀ ਚਲੇ ਜਾਣਾ ਸੀ। ਸੋ ਇਸ ਵੇਲੇ ਸਿੱਧੂ ਦੀ ਗੈਰ ਹਾਜ਼ਰੀ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਜਿੱਤ ਦਾ ਜਿਹੜਾ ਤੌਰ ਤਰੀਕਾ ਅਪਣਾਇਆ, ਉਹ ਹਾਈ ਕਮਾਂਡ ਦਾ ਕੈਪਟਨ ਨੂੰ ਬਾਂਹ ਮਰੋੜਨ ਵਾਲਾ ਤੇ ਕੈਪਟਨ ਦਾ ਹਾਈ ਕਮਾਂਡ ਨੂੰ ਅੱਖਾਂ ਦਿਖਾਉਣ ਵਾਲਾ ਇੱਕ ਰਿਸ਼ਤਾ, ਇਹ ਚੱਲਣ ਲਈ ਅੱਗੇ ਇੰਧਨ ਮਿਲ ਗਿਆ। ਇੱਕ ਚੀਜ਼ ਤੁਸੀਂ ਹੋਰ ਵੀ ਦੇਖੋਗੇ ਕਿ ਜਦੋਂ ਬਾਰ-ਬਾਰ ਇਹ ਗੱਲ ਸਾਹਮਣੇ ਆ ਸੀ ਕਿ ਨਵਜੋਤ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਥਾਪੇ ਜਾ ਰਹੇ ਨੇ ਜੀ, ਲੇਕਿਨ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਬਾਹ ਪਹਿਲਾਂ ਨਹੀਂ ਮਰੋੜ ਦਿੱਤੀ ਕਿ ਆਖਰ ਤੇ ਪ੍ਰਧਾਨਗੀ ਉਹਨਾਂ ਦੇ ਖਾਤੇ 'ਚ ਜਾਣੀ ਹੈ ਨਾ। ਸਰ ਸਭ ਤੋਂ ਜ਼ਿਆਦਾ ਸੁਨੀਲ ਜਾਖੜ ਉਡੀਕਦੇ ਹੋਣਗੇ। ਹਾਂ, ਸੁਨੀਲ ਜਾਖੜ ਦੀ ਪ੍ਰਧਾਨਗੀ ਦਾਤੇ ਸੀ। ਬਿਲਕੁਲ, ਸੁਨੀਲ ਜਾਖੜ ਟੈਂਪਰੇਰੀ ਕਾਰਜਕਾਰੀ ਪ੍ਰਧਾਨ ਨੇ। ਕਾਰਜਕਾਰੀ ਪ੍ਰਧਾਨ ਢਾਂਚਾ ਭੰਗ ਹੈ। ਹਾਂ, ਨਵਾਂ ਪ੍ਰਧਾਨ ਵੀ ਲੱਗਣਾ, ਭਾਵੇਂ ਇਹੀ ਲੱਗ ਜਾਣ ਦੁਬਾਰਾ, ਲੇਕਿਨ ਸਭ ਤੋਂ ਜ਼ਿਆਦਾ ਦਾਅ ਤੇ ਕਿਸੇ ਦਾ ਅਹੁਦਾ ਸੀ ਸੁਨੀਲ ਜਾਖੜ, ਕਿਉਂਕਿ ਸਿੱਧੂ ਮੰਗਦਾ ਹੀ ਉਦੋਂ। ਬਿਲਕੁਲ, ਤੇ ਉਹਨਾਂ ਨੇ ਦੇਖਿਆ ਕਿ ਹੁਣ ਲੋਹਾ ਗਰਮ ਹੈ ਤੇ ਸੱਟ ਹੁਣ ਮਾਰਨੀ ਚਾਹੀਦੀ ਹੈ। ਸੌਦਾ ਇੱਥੇ ਮੁੱਕਦਾ ਸੀ ਕਿ ਜੇ ਪ੍ਰਧਾਨਗੀ ਨਹੀਂ ਤੇ ਡਿਪਟੀ ਸੀਐਮ ਦੇ ਨਾਲ ਸਥਾਨਕ ਸਰਕਾਰਾਂ। ਹੁਣ ਅਗਲੇ ਕਹਿਣਗੇ ਕਿ ਸਥਾਨਕ ਸਰਕਾਰਾਂ ਦੇ ਵਿੱਚ ਤਾਂ ਅਸੀਂ ਸਿੱਧੂ ਬਿਨਾਂ ਅਸੀਂ ਕਰ ਲਿਆ, ਸਥਾਨਕ ਸਰਕਾਰਾਂ ਦਾ ਪ੍ਰਬੰਧ ਤੇ ਅਸੀਂ ਕਰ ਲਿਆ। ਬ੍ਰਹਮ ਮਹਿੰਦਰਾ ਕਹਿਣਗੇ ਕਿ ਮੇਰੀ ਕਾਰਗੁਜ਼ਾਰੀ 'ਚ ਕਮੀ ਦੱਸੋ। ਬਿਲਕੁਲ, ਮੇਰੇ ਹੁੰਦਿਆਂ, ਮੇਰੇ ਵਜ਼ੀਰ ਹੁੰਦਿਆਂ ਤੁਹਾਨੂੰ ਜਿੱਤ ਮਿਲ ਗਈ। ਹੁਣ ਸਿੱਧੂ ਦਾ ਦਾਵਾ ਕਮਜ਼ੋਰ ਪੈ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣ ਦੀ ਲੋੜ ਨਹੀਂ, ਉੱਥੇ ਇੱਕ ਹਿੰਦੂ ਚਿਹਰਾ ਬੋਲੂਗਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ ਮੈਨੂੰ ਵੀ ਬਣਾਓ। ਲਾਗਲੇ ਬੰਨੇ ਰਾਜਕੁਮਾਰ ਵੇਰਕਾ ਕਹਿਣਗੇ, ਸਾਧੂ ਸਿੰਘ ਧਰਮਸੋਤ ਕਹਿਣਗੇ ਕਿ ਦਲਿਤ ਭਾਈਚਾਰੇ ਦਾ ਵੀ ਡਿਪਟੀ ਸੀਐਮ ਹੋਣਾ ਚਾਹੀਦਾ, ਪੰਜਾਬ ਇਕੱਲੇ ਜੱਟਾਂ ਦਾ ਨਹੀਂ।
ਇਹ ਲੜਾਈ ਪਊਗੀ, ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਗੁਜ਼ਾਰਾ ਉਸੇ ਗੱਲ ਤੇ ਕਰਨਾ ਪਊਗਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਚਾਹਣਗੇ। ਪਰ ਦੇਖਣਾ ਇਹ ਬਣਦਾ ਹੈ ਕਿ ਸਾਲ ਪਹਿਲਾਂ ਜਿਸ ਅਹੁਦੇ ਨੂੰ ਲੱਤ ਮਾਰੀ ਸੀ, ਠੁੱਡ ਮਾਰਿਆ ਸੀ, ਉਹ ਦੁਬਾਰਾ ਲੈ ਕੇ ਕਿਹੜੀ ਇੱਜ਼ਤ ਬਹਾਲ ਹੁੰਦੀ। ਆ ਤੇ ਇਹ ਵੀ ਹੋ ਸਕਦਾ ਨਾ ਕਿ ਸਾਰਿਆਂ ਨੂੰ ਬਿਠਾ ਕੇ ਇੱਕ ਵਾਰੀ ਕੈਪਟਨ ਸਾਹਿਬ ਫੇਰ ਡਿਨਰ ਕਰਵਾ ਦੇਣ, ਕਿ ਅੱਗੇ ਤੇ ਐਲਾਨੀਆ ਡਿਨਰ ਨਹੀਂ ਸੀ, ਮਾੜਾ ਮੋਟਾ ਹੁੰਦਾ ਸੀ, ਅੱਜ ਕੀ ਵੱਡਾ ਪੰਡਾਲ ਲਾ ਲੈਣ ਵੀ ਨਾਲੇ ਤੇ ਆ ਜਿਹੜੀ ਸਥਾਨਕ ਸਰਕਾਰਾਂ ਦੀਆਂ ਜਿੱਤ ਹੋਈ ਆ ਇਹਦਾ ਹੋ ਗਿਆ, ਨਾਲੇ ਤੁਹਾਨੂੰ ਸਾਰਿਆਂ ਨੂੰ ਕਲੱਬ ਵਿੱਚ ਲੈ ਕੇ ਕਹਿੰਦੇ ਕਿ 2022 ਤੱਕ ਤੁਹਾਨੂੰ ਬਹੁਤ ਵਧੀਆ ਦੇ ਦੇਵਾਂਗੇ, ਅਸੀਂ ਫੇਰ ਵਾਪਸੀ ਕਰ ਰਹੇ ਹਾਂ। ਸੋ ਇਹ ਜਿਹੜਾ ਆ ਇਹ ਡਿਨਰ ਪਾਲਿਸੀ ਅਜੇ ਬਹੁਤ ਮਜ਼ਬੂਤੀ ਨਾਲ ਚੱਲਣੀ ਹੈ। ਇਹ ਡਿਨਰ ਯਾਦ ਬੜਾ ਕਰਦੇ ਹੋ, ਮੈਂ ਕਿਸੇ ਦਿਨ ਇੱਕ ਚਿੱਠੀ ਨਾ ਲਿਖਾਂ ਕਪਤਾਨ ਸਾਹਿਬ ਨੂੰ ਵੀ, ਨਰਿੰਦਰਪਾਲ ਜੀ ਨੂੰ, ਸਰਦਾਰ ਸਾਹਿਬ ਨੂੰ ਵੀ ਇੱਕ ਡਿਨਰ ਕਰਾ ਕੇ ਵੇਖੀਏ ਤਾਂ ਸਹੀ ਵੀ ਅੰਦਰ ਹੁੰਦਾ ਕੀ ਹੈ। ਹਾਂ, ਇਹ ਤੁਹਾਡਾ ਸੁਝਾਅ ਠੀਕ ਹੈ। ਮੇਰੇ ਨਾਲ ਤੁਸੀਂ ਆਪਣਾ ਵੀ ਹਿੱਸਾ ਲਾਉਂਦੇ ਪਏ ਹੋ ਕਿਉਂਕਿ ਤੁਸੀਂ ਪ੍ਰਮੁਖਤਾ ਨਾਲ ਜਾਓਗੇ ਉੱਥੇ। ਮੈਂ ਨਹੀਂ ਜਾਂਦਾ, ਉਹਦਾ ਕਾਰਨ ਪਤਾ ਕੀ ਹੈ ਜੀ? ਸੱਤਾ ਨਾਲ ਸਾਡੇ ਵਰਗੇ ਬੋਲਣ ਵਾਲੇ ਲੋਕਾਂ ਦੀ ਸਾਂਝ ਦਾ ਸਾਫ਼ ਮਤਲਬ ਹੈ ਕਿ ਇਸ ਜ਼ੁਬਾਨ ਦਾ ਬੰਦ ਹੋਣਾ। ਜਿਹੜਾ ਵਿਅਕਤੀ ਵਿਸ਼ੇਸ਼ ਵੀ ਇਹ ਜ਼ੁਬਾਨ ਬੰਦ ਕਰਨਾ ਚਾਹੂਗਾ ਉਹਨੂੰ ਇਸ ਖੇਤਰ ਚੋਂ ਬਾਹਰ ਹੋਣਾ ਪਊਗਾ। ਮੈਨੂੰ ਇੰਜ ਲੱਗਦਾ ਹੈ ਕਿ ਜੇ ਤੁਸੀਂ ਖਾਵੇ ਤੇ ਅੱਖ ਸ਼ਰਮਾਵੇ। ਬਿਲਕੁਲ, ਲੇਕਿਨ ਤੁਹਾਨੂੰ ਇੱਕ ਗੱਲ ਮੰਨਣੀ ਪਊਗੀ ਕਿ ਪੰਜਾਬ ਦੀ ਪੋਲਿਟਿਕਸ ਵਿੱਚ ਕਈ ਚੀਜ਼ਾਂ ਇਕੱਠੀਆਂ ਬਦਲੀਆਂ ਨੇ। ਆਮ ਆਦਮੀ ਪਾਰਟੀ ਜਿਹੜੀ ਹਰ ਦਿਨ ਐਕਟੀਵਿਟੀ ਕਰ ਰਹੀ ਸੀ, ਉਹਨੂੰ ਮੁੜ ਕੇ ਬਹਿ ਕੇ ਸੋਚਣ ਦੀ ਲੋੜ ਹੈ ਕਿ ਐਕਟੀਵਿਟੀ ਨਾਲੋਂ ਤੁਹਾਨੂੰ ਵਿਉਂਤਬੰਦੀ ਦੀ ਲੋੜ ਹੈ, ਜਿਹਨੂੰ ਕਦੇ ਨਿੱਠ ਕੇ ਬੈਠਣਾ। ਅਕਾਲੀ ਦਲ ਨੂੰ ਆਪਣੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਲੈ ਕੇ ਸਿਰ ਜੋੜਨਾ ਪਊਗਾ ਕਿ ਪੁਰਾਣੀ ਲੀਡਰਸ਼ਿਪ ਦੀ ਗੈਰ ਹਾਜ਼ਰੀ ਦੇ ਵਿੱਚ ਜਿਸ ਤਰੀਕੇ ਨਾਲ ਇਹ ਅੱਗੇ ਮੂਵ ਕੀਤੇ ਨੇ, ਇੱਕ ਵਾਰ ਫਿਰ ਅਕਾਲੀ ਦਲ ਨੂੰ, ਖਾਸ ਕਰਕੇ ਉਹਦੀ ਕੋਰ ਕਮੇਟੀ ਨੂੰ ਉਹ ਫੈਸਲਾ ਲੈਣਾ ਪਏਗਾ। ਤੁਹਾਨੂੰ ਯਾਦ ਹੋਵੇ ਜਦੋਂ ਭਾਜਪਾ ਦੇ ਨਾਲੋਂ ਰਿਸ਼ਤਾ ਤੋੜਿਆ ਸੀ, ਉਦੋਂ ਸੁਖਬੀਰ ਬਾਦਲ ਹੋਰਾਂ ਨੇ ਆਪਣਾ ਫੈਸਲਾ ਨਾਜ਼ਲ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਸੀ ਕਿ ਇਹ ਫੈਸਲਾ ਕੋਰ ਕਮੇਟੀ ਦਾ। ਹਾਂ, ਜਦੋਂ ਇੱਕ ਗੱਲ ਉੱਭਰ ਕੇ ਆਈ ਸੀ ਕਿ ਬੀਜੇਪੀ ਨਾਲੋਂ ਐਨਡੀਏ ਚੋਂ ਬਾਹਰ ਆਉਣ ਦਾ ਫੈਸਲਾ ਕਰਨ ਮੌਕੇ ਪ੍ਰਧਾਨ ਨੂੰ ਅਧਿਕਾਰ ਦੇ ਦਿਓ, ਉਹਨਾਂ ਅਧਿਕਾਰ ਨਹੀਂ ਸੀ ਲਿਆ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇੱਥੇ ਫੈਸਲਾ ਕਰੋ, ਮੈਂ ਕੋਈ ਅਧਿਕਾਰ ਨਹੀਂ ਲੈਣਾ, ਮੈਂ ਇਹ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ, ਸਾਰੇ ਫੈਸਲਾ ਕਰੋ। ਬਿਲਕੁਲ, ਇਸ ਵਾਰੀ ਵੀ ਉਹੀ ਨੀਤੀ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਕਿ ਇੱਕ ਦਿਨ ਨਹੀਂ, 2 ਘੰਟੇ ਨਹੀਂ, 4 ਘੰਟੇ ਨਹੀਂ, ਤੁਹਾਨੂੰ ਲਗਾਤਾਰ 3 ਦਿਨ 4 ਦਿਨ ਬੈਠ ਕੇ ਆਪਣਾ ਹਰ ਪਹਿਲੂ ਵਿਚਾਰਨਾ ਪਏਗਾ ਕਿ ਤੁਸੀਂ ਗਾਂ ਕਿੱਦਾਂ ਤੁਰਨਾ। ਸਰਦਾਰ ਸਾਹਿਬ, ਜਦੋਂ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਅੱਗੇ ਵਧਦਿਆਂ ਵੇਖਦੇ ਹੋ ਤੇ ਤੁਸੀਂ ਇਸ ਗੱਲ ਨੂੰ ਦਰਕਨਾਰ ਨਹੀਂ ਕਰ ਸਕਦੇ ਕਿ ਪੰਜਾਬ ਜਿਹੜਾ ਪਿੰਡਾਂ 'ਚ ਵੱਸਦਾ ਹੈ, ਪੰਜਾਬ ਜਿਹਦਾ ਮੁਹਾਂਦਰਾ ਖੇਤ ਦਾ ਮੁਹਾਂਦਰਾ, ਉਹਦੇ ਵਾਰਸ ਇੱਥੇ ਨਹੀਂ ਗਏ। ਬਹੁਤ ਗਿਣਤੀ ਲੋਕ ਬਾਰਡਰਸ ਤੇ ਬੈਠੇ ਆ ਜਿਹੜੇ ਚੇਤਨ ਸੀ ਔਰ ਰਹਿੰਦੇ ਇਹ ਟਿਕਟ ਕੀ ਲਾ ਕੇ ਉਹਨਾਂ ਬਾਰਡਰਸ ਵੱਲ ਵੇਖ ਰਹੇ। ਇਸ ਚੋਣ ਨੂੰ ਤੁਸੀਂ ਰਾਏਸ਼ੁਮਾਰੀ ਨਹੀਂ ਕਹਿ ਸਕਦੇ ਨਾ, ਇਹਨੂੰ ਤੁਸੀਂ ਸੈਮੀਫਾਈਨਲ ਨਹੀਂ ਕਹਿ ਸਕਦੇ 2022 ਦਾ। ਬਿਲਕੁਲ ਨਹੀਂ, ਇਹ ਤੁਸੀਂ ਇੱਕ ਜੇ ਸਹੀ ਮੰਨੋ ਤੇ ਇਹ ਤੁਹਾਡੀ ਕੋਈ ਗਲਤੀ ਸੀ, ਇਹ ਹੋਣੀਆਂ ਨਹੀਂ ਸੀ ਚਾਹੀਦੀਆਂ। ਤੁਹਾਡੀ ਇਹ ਗਲਤੀ ਹੋਣੀ ਨਹੀਂ ਸੀ ਚਾਹੀਦੀ। ਤੁਹਾਨੂੰ ਆਪਣਾ ਸਾਰਾ ਧਿਆਨ ਉਹਨਾਂ ਸਰਹੱਦ ਤੇ ਸਿੰਘੂ ਬਾਰਡਰ ਤੇ ਬੈਠੇ ਲੋਕਾਂ ਵੱਲ ਦੇਣਾ ਚਾਹੀਦਾ ਸੀ। ਤੁਹਾਨੂੰ ਇਸ ਜਿੱਤ ਹਾਰ ਦੇ ਵੱਲ ਨਹੀਂ ਸੀ ਜਾਣਾ ਚਾਹੀਦਾ। ਪਰ ਸਰਦਾਰ ਸਾਹਿਬ, ਹੁਣ ਜਦੋਂ ਜਿਸ ਵੀ ਜਗ੍ਹਾ ਤੇ ਜਾ ਕੇ ਇਹ ਅੰਦੋਲਨ ਮੁੱਕੇਗਾ ਉਸ ਤੋਂ ਬਾਅਦ ਪੰਜਾਬ ਦੀਆਂ ਰਾਜਸੀ ਧਿਰਾਂ ਦੇ ਨਜ਼ਰੀਓਂ ਚੇਤਨਾ ਦਾ ਇੱਕ ਪਸਾਰ ਦੇਖਣ ਨੂੰ ਮਿਲੇਗਾ। ਬਿਲਕੁਲ, ਕਿਸਾਨ ਜਥੇਬੰਦੀਆਂ ਤੇ ਉਹਨਾਂ ਨਾਲ ਪੱਕੇ ਜੁੜ ਗਏ ਲੋਕ, ਪੱਕੇ ਜੁੜ ਗਏ। ਜਦੋਂ ਇੱਕ ਘਰੋਂ ਬਾਹਰ ਜਾ ਕੇ ਤੁਸੀਂ ਮੇਲੇ 'ਚ ਵੀ ਜਾਂਦੇ ਹੋ, ਉਹ ਸਾਂਝਾਂ ਦੇਰ ਤੱਕ ਚੱਲ ਜਾਂਦੀਆਂ, ਮਹੀਨਿਆਂ ਤੱਕ ਇਕੱਠੇ ਬੈਠੇ ਲੋਕਾਂ ਦੀਆਂ ਸਾਂਝਾਂ ਇੱਕ ਦੂਜੇ ਨੂੰ ਨੌਕ ਕਰਨਗੀਆਂ, ਦਸਤਕ ਦੇਣਗੀਆਂ। ਹੁਣ ਆਸਾਨ ਨਹੀਂ ਹੋਊਗਾ ਕਿ ਕੋਈ ਪੁਰਾਣਾ ਸਥਾਪਿਤ ਐਮਐਲਏ ਵਾਲਾ ਚਿਹਰਾ ਦੁਬਾਰਾ ਐਮਐਲਏ ਬਣ ਜਾਏ। ਹੁਣ ਤੁਹਾਨੂੰ ਆਪਣੀਆਂ ਨੀਤੀਆਂ 'ਚ ਜਮਾ ਤਬਦੀਲੀ ਕਰਨੀ ਪਊਗੀ। ਹੁਣ ਤੁਹਾਨੂੰ ਸੱਤਾਧਾਰੀ ਹੋਣ ਦੀ ਆੜ 'ਚ ਦੂਜਿਆਂ ਨੂੰ ਡਰਾ ਕੇ ਅੱਗੇ ਨਹੀਂ ਤੁਰ ਹੋਣਾ। ਹੁਣ ਲੋਕ ਹਿੱਕ ਡਾ ਕੇ ਖਲੋਣਗੇ, ਉਹ ਕਹਿਣਗੇ ਅਸੀਂ ਬੈਰੀਕੇਡਿੰਗ ਤੋੜ ਕੇ ਆਏ ਆ, ਉਹ ਕਹਿਣਗੇ ਅਸੀਂ ਸਭ ਤੋਂ ਸਖਤ ਹਾਕਮ ਦੇ ਸਾਹਮਣੇ ਹਿੱਕ ਡਾ ਕੇ ਆਏ ਆ। ਉਹ ਲੋਕ ਇਹ ਨਹੀਂ ਸੋਚਣਗੇ ਕਿ ਤੁਸੀਂ ਗੁੰਡਿਆਂ ਨਾਲ ਕਿਸੇ ਨੂੰ ਡਰਾ ਲਓਗੇ। ਕਹਿਣਗੇ ਕਿ ਜਿਹੜੇ ਕਦਮ ਸਾਬਤ ਕਦਮੀ ਪੰਜਾਬ ਵੱਲ ਵੱਧ ਰਹੇ ਸੀ, ਅਸੀਂ ਸਿੰਘੂ ਬਾਰਡਰ ਤੇ ਰੋਕੇ ਆ, ਅਸੀਂ ਹਰਿਆਣਾ ਛੰਭੂ ਬੈਰੀਅਰ ਤੇ ਨਹੀਂ ਰੋਕੇ, ਅਸੀਂ ਤਾਂ ਸਿੰਘੂ ਬਾਰਡਰ ਤੇ ਰੋਕ ਕੇ ਆਏ ਆ, ਤੁਸੀਂ ਕੌਣ ਹੋ? ਲੇਕਿਨ
ਸਰਦਾਰ ਸਾਹਿਬ, ਜਿਵੇਂ ਅੱਜ 4 ਘੰਟੇ ਲਈ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਪ੍ਰੋਗਰਾਮ ਰੱਖਿਆ ਜੀ, ਰਕੇਸ਼ ਟਕੈਤ ਸਾਹਿਬ ਦੀ ਮੈਂ ਉਸ ਅਨਾਉਂਸਮੈਂਟ ਤੋਂ ਬੜਾ ਬਾਗੋ-ਬਾਗ ਹੋਇਆ ਜਦੋਂ ਕਹਿੰਦੇ ਕਿ ਇਸ ਵਾਰੀ ਕੋਈ ਪ੍ਰਦੇਸ਼ ਬਾਹਰ ਨਹੀਂ ਜੇ ਰੱਖਿਆ, ਵਿੱਚ ਯੂਪੀ ਕਹਿੰਦੇ ਮੈਂ ਬੰਗਾਲ ਵੀ ਜਾਊਂ, ਲੇਕਿਨ ਉਹ ਵਿਅਕਤੀ ਨੇ ਆਪਣੇ ਮੈਚਿਓਰ ਪੋਲੀਟੀਸ਼ੀਅਨ ਹੋਣ ਦਾ ਸਬੂਤ ਦਿੱਤਾ ਕਿ ਅਸੀਂ ਰੇਲ ਰੋਕਣ ਤੇ ਪਹਿਲਾਂ ਇੰਜਣ ਨੂੰ ਹਾਰ ਪਾਵਾਂਗੇ, ਯਾਤਰੀਆਂ ਨੂੰ ਚਾਹ ਪਾਣੀ ਪਿਆਵਾਂਗੇ ਔਰ ਨਾਲ ਮਾਫੀ ਮੰਗਾਂਗੇ ਜਿਹੜੀ ਵੀ ਉਹਨਾਂ ਨੂੰ ਅਸੁਵਿਧਾ ਹੋਈ। ਇਹ ਇੱਕ ਤੌਰ ਤਰੀਕਾ ਹੈ ਲੋਕ ਸਮਰਥਨ ਦਾ, ਲੋਕਾਂ ਨੂੰ ਨਾਲ ਲੈਣ ਦਾ, ਕਿ ਅਸੀਂ ਖੇਤਾਂ ਦੇ ਪੁੱਤ, ਖੇਤਾਂ ਤੋਂ ਵਿਰਵੇ ਕੀਤੇ ਜਾ ਰਹੇ ਹਾਂ, ਅਸੀਂ ਲੋਕ ਜਿਨ੍ਹਾਂ ਦੀਆਂ ਨਸਲਾਂ ਪ੍ਰਭਾਵਿਤ ਹੋਣਗੀਆਂ, ਅਸੀਂ ਲੜਾਈ ਆਪਣੀ ਨਹੀਂ ਆਪਣੇ ਪੁਰਖਿਆਂ ਤੋਂ ਆਪਣੇ ਅਗਲੇ ਪੀੜ੍ਹੀਆਂ ਤੱਕ ਦੀ ਲੜ ਰਹੇ ਹਾਂ। ਸੋ ਸਰਦਾਰ ਜੀ, ਇਹ ਜਿਹੜਾ ਅੰਦੋਲਨ ਦਾ ਇਹ ਪੜਾਅ ਆ, ਅਹਿਮ ਪੜਾਅ ਆ। ਇਸ ਤੋਂ ਬਾਅਦ ਦੇਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੀ ਫਿਰ ਮੀਟਿੰਗ ਹੋਊਗੀ, ਅਗਲੇ ਐਲਾਨ ਕੀਤੇ ਜਾਣਗੇ। ਇੱਕ ਉਮੀਦ ਕੀਤੀ ਜਾ ਰਹੀ ਆ ਕਿ ਗਵਰਨਮੈਂਟ ਆਪਣੀ ਜਿਹੜੀ ਜਿਹਦਾ ਉਹ ਛੱਡ ਕੇ ਗੱਲਬਾਤ ਦੇ ਮੋੜ ਤੇ ਅੱਗੇ ਵਧੇ। ਅਜੇ ਤੱਕ ਹੁੰਗਾਰਾ ਨਹੀਂ, ਕਿਸਾਨ ਜਥੇਬੰਦੀਆਂ ਔਰ ਦੋਨਾਂ ਦੇ ਵਿੱਚ ਖੜੋਤ, ਕੋਈ ਤੀਜੀ ਧਿਰ ਨਜ਼ਰ ਨਹੀਂ ਆ ਰਹੀ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਮੇਰਾ ਖਿਆਲ ਆ, ਇਹ ਉਹ ਕਿਵੇਂ ਕਰਦੇ ਆ ਨਹੀਂ ਕਰਦੇ, ਇਹ ਜੇਕਰ ਕੋਈ ਕਾਂਗਰਸੀ ਵੀ ਸੁਣਦਾ ਹੋਵੇ, ਕੈਪਟਨ ਅਮਰਿੰਦਰ ਸਿੰਘ ਇਸ ਜਿੱਤ ਤੋਂ ਬਾਅਦ 2022 ਦੀ ਜਿੱਤ ਲਈ ਮੈਦਾਨ ਤਿਆਰ ਕਰਨ ਤੋਂ ਪਹਿਲਾਂ ਕੇਂਦਰ ਔਰ ਕਿਸਾਨਾਂ ਦੇ ਵਿੱਚ ਪੁਲ ਦਾ ਜੇ ਕੰਮ ਕਰ ਸਕਦੇ ਉਹਨਾਂ ਨੂੰ ਕਰਨਾ ਚਾਹੀਦਾ। ਅੱਗੇ ਵਾਢੀ ਆ ਰਹੀ ਆ, ਵਿਸਾਖੀ ਆ ਰਹੀ ਆ, ਅੱਗੇ ਫਸਲਾਂ ਪੱਕ ਰਹੀਆਂ ਨੇ, ਲੋਕਾਂ ਨੇ ਮੁੜਨਾ ਹੈ, ਘਰੋਂ ਨਿਕਲਿਆਂ ਨੂੰ ਬਹੁਤ ਮੁਸ਼ਕਲ ਹੁੰਦੀ ਆ। ਸੋ ਮੈਨੂੰ ਇੰਜ ਲੱਗਦਾ ਹੈ ਕਿ ਇਹਦੇ ਨਾਲ ਇੱਕ ਖਬਰ ਹੋਰ ਜਿਹੜੀ ਆ ਉਹ ਵਾਕਈ ਤੁਹਾਨੂੰ ਚੁਕੰਨਾ ਕਰਨ ਵਾਲੀ ਆ ਕਿ ਕੁਝ ਦਿਨ ਪਹਿਲਾਂ ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਨਾਲ ਰਾਜਸਥਾਨ, ਯੂਪੀ, ਹਰਿਆਣਾ ਦੇ ਕੁਝ ਭਾਜਪਾ ਆਗੂਆਂ ਦੀ ਮੁਲਾਕਾਤ ਹੋਈ ਸੀ ਜੀ। ਉਹਦੇ ਵਿੱਚ ਨਰਿੰਦਰ ਤੋਮਰ ਤੋਂ ਬਿਨਾਂ ਕੇਂਦਰੀ ਰਾਜ ਮੰਤਰੀ ਸੰਜੀਵ ਬਾਲੀਅਨ ਸ਼ਾਮਲ ਹੋਏ ਸੀ ਜੀ। ਸੰਜੀਵ ਬਾਲੀਅਨ ਜਿਹੜੇ ਨੇ ਰਾਜ ਮੰਤਰੀ ਨੇ, ਕੇਂਦਰੀ ਰਾਜ ਮੰਤਰੀ ਨੇ ਸੰਜੀਵ ਬਾਲੀਅਨ ਜਿਹੜੇ ਨੇ, ਇਹ ਬਕਾਇਦਾ ਉਸੇ ਹੀ ਖਾਪ ਜਾਤ ਨਾਲ ਨੇ ਜਿੱਥੋਂ ਰਕੇਸ਼ ਟਕੈਤ ਆਉਂਦੇ ਨੇ ਜੀ। ਜਿਹੜਾ ਇਹ ਪੱਛਮੀ ਉੱਤਰ ਪ੍ਰਦੇਸ਼ ਹੈ, ਉਹਦੇ ਕਹਿੰਦੇ ਵੀ ਕਿ 50 ਸੀਟਾਂ ਦਾ ਪ੍ਰਭਾਵ ਹੈ ਉਸ ਖਾਪ ਦਾ, ਜਾਟ ਜੀ। ਤੇ ਇਹ ਸੰਜੀਵ ਬਾਲੀਅਨ ਨੂੰ ਇਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਜ਼ਿੰਮੇਵਾਰੀ ਦੇ ਦਿੱਤੀ ਗਈ ਕਿ ਤੁਸੀਂ ਰਕੇਸ਼ ਟਕੈਤ ਦਾ ਜਿਹੜਾ ਪ੍ਰਚਾਰ ਆ ਉਹਦੇ ਬਰਾਬਰ ਦੇ ਤੇ ਚਟਾਨ ਵਾਂਗ ਖਲੋ ਜਾਓ। ਸਰਦਾਰ ਸਾਹਿਬ, ਚਲੋ ਠੀਕ ਹੈ, ਇੱਕ ਲੀਡਰ ਲਾ ਦਿਓਗੇ, 2 ਲਾ ਦਿਓਗੇ, 10 ਲਾ ਦਿਓਗੇ। ਜੇ ਤਾਂ ਤੁਹਾਡੀ ਕਿਸੇ ਸਿਆਸੀ ਧਿਰ ਨਾਲ ਲੜਾਈ ਹੋਵੇ ਤੇ ਤੁਸੀਂ ਸਿਆਸੀ ਤਰੀਕੇ ਨਾਲ ਲੜੋ। ਜਦੋਂ ਤੁਹਾਡੀ ਲੜਾਈ ਉਹਨਾਂ ਲੋਕਾਂ ਨਾਲ ਆ ਜਿਹੜੇ ਲੋਕ ਕੋਈ ਸੱਤਾ ਨਹੀਂ ਮੰਗ ਰਹੇ, ਜਿਹੜੇ ਲੋਕ ਸਦੀਆਂ ਤੋਂ ਆਪਣੇ ਕਸਬ ਕਿੱਤੇ 'ਚ ਲੱਗੇ ਆ, ਉਹਨਾਂ ਨੂੰ ਫਿਕਰ ਹੈ ਕਿ ਸਾਡੇ ਇਸ ਕਿੱਤੇ ਤੋਂ ਸਾਨੂੰ ਦੂਰ ਨਾ ਕਰਤਾ ਜਾਵੇ। ਵਿਸ਼ਵ ਪੱਧਰ ਤੇ ਜੋ ਵਾਪਰਿਆ ਉਹਦੇ ਡਰ ਇੱਥੇ ਵੀ ਪਏ ਨੇ ਕਿ ਕਾਰਪੋਰੇਟ ਜਿਹੜਾ ਸੈਕਟਰ ਆ, ਉਹ ਕਹਿੰਦੇ ਨਾ ਪਹਿਲਾਂ ਉਂਗਲ ਫੜਨੀ ਤੇ ਫਿਰ ਮੁੜ ਕੇ ਬਾਹ ਫੜਨੀ। ਬਿਲਕੁਲ ਉਹ ਸਵਾਲ ਆ, ਇਹ ਡਰੇ ਨਾ, ਉਹਦੇ ਡਰ ਦੂਰ ਕਰ ਦਿਓ। ਤੁਸੀਂ ਕਹਿੰਦੇ ਪ੍ਰਸਤਾਵ ਲੈ ਕੇ ਆਓ, ਕਿਸਾਨ ਕਹਿੰਦੇ ਤੁਸੀਂ ਪ੍ਰਸਤਾਵ ਲੈ ਕੇ ਆਓ। ਸਹੀ ਗੱਲ। ਮੈਂ ਕਹਿੰਦਾ ਕਿ ਤੁਸੀਂ ਦੋਨੇ ਹੀ ਪ੍ਰਸਤਾਵ ਨਾ ਲਿਆਓ, ਇੱਕ ਗੈਰ ਰਸਮੀ ਮੀਟਿੰਗ ਕਰ ਲਓ। ਬਿਲਕੁਲ। ਇੱਕ ਗੈਰ ਰਸਮੀ ਮੀਟਿੰਗ ਕਰਨ ਚ ਜਾਂਦਾ ਕੀ ਆ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੱਦੋ, ਉਹਦੇ ਵਿੱਚ ਮੇਰਾ ਖਿਆਲ ਪ੍ਰਧਾਨ ਮੰਤਰੀ ਨਹੀਂ ਤਾਂ ਗ੍ਰਹਿ ਮੰਤਰੀ ਬੈਠਣ। ਗੈਰ ਰਸਮੀ ਗੱਲਬਾਤ ਦੇ ਵਿੱਚ ਇਹ ਸੋਚੋ ਕਿ ਜੇ ਜਿਹੜੀ ਗਵਰਨਮੈਂਟ ਦੀ ਜਿੱਦ ਤੇ ਜਿਹੜੀ ਕਿਸਾਨਾਂ ਦੀ ਜਿੱਦ ਉਹਦੇ ਦਰਮਿਆਨ ਚ ਕੀ ਪਿਆ, ਉੱਤੇ ਗੱਲ ਕਰ ਲਓ। ਬਿਲਕੁਲ। ਕੀ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਇਹ ਬਿੱਲ ਵਾਪਸ ਲੈਣ ਨਾਲ ਤੁਹਾਨੂੰ ਆਪਣੀ ਇਮੇਜ, ਤੁਹਾਡੀ ਅਕਸ ਜਿਹੜਾ ਉਹਦਾ ਖੋਰਾ ਲੱਗਣ ਦਾ ਡਰ, ਇਹੀ ਤਾਂ ਸਭ ਤੋਂ ਵੱਡਾ ਫਿਕਰ ਹੈ ਨਾ। ਅਸੀਂ ਜੀ, ਸਾਡੀ ਜਿਹੜੀ ਇੱਕ ਧੌਂਸ ਸੀ, ਇੱਕ ਤਾਕਤਵਰ ਲੀਡਰ ਹੋਣ ਦੀ, ਇੱਕ ਤਾਕਤਵਰ ਸਰਕਾਰ ਹੋਣ ਦੀ, ਉਹ ਮੁੱਕ ਜੂ। ਦੂਜੇ ਵੀ ਕਹਿਣਗੇ ਜੇ ਉਹ ਬਿੱਲ ਲੈ ਲਿਆ ਵੀ ਵਾਪਸ ਲੈ ਲਓ। ਡਰ ਤੇ ਇਹੀ ਨੇ ਨਾ ਕਿ ਅਸੀਂ ਸਖਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਾਂ, ਕੱਲ ਨੂੰ ਸਾਡੇ ਮੰਨੂ ਕੌਣ। ਤੇ ਜਿੰਨੀ ਤੋਏ ਹੁਣ ਬਾਰਡਰਸ ਦੇ ਉੱਤੇ ਸਟੇਜਾਂ ਤੋਂ ਹੋ ਰਹੀ, ਜਿੰਨੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ, ਉਹ ਕੋਈ ਘੱਟ ਆ। ਜੇ ਕੋਈ ਸਿਆਣਾ ਤੁਹਾਡਾ ਸਿਆਸੀ ਆਧਾਰ ਜਿਹੜਾ ਖੁੱਸਣਾ ਸ਼ੁਰੂ ਹੋ ਗਿਆ, ਜੋ ਪੰਜਾਬ ਨੇ ਸੰਕੇਤ ਦਿੱਤਾ ਆ ਕਿ ਵਾਕਿਆ ਹੀ ਤੁਸੀਂ ਆਧਾਰ ਤੋਂ ਬਿਨਾਂ ਸਰਕਾਰ ਹੋ, ਇਹ ਵੀ ਤਾਂ ਫਿਰ ਜਵਾਬ ਦੇਣਾ ਪਏਗਾ ਨਾ ਜੀ। ਆਖਰਕਾਰ ਤੁਹਾਡੀ ਦੌੜ ਕਿੱਥੋਂ ਤੱਕ ਹੈ ਜੀ? ਤੁਸੀਂ 2024 ਦੀ ਤਿਆਰੀ ਤੇ ਕਰੀ ਬੈਠੇ ਹੋ, 2024 ਤੇ ਆਸ ਲਾਏ ਬੈਠੇ ਅਸੀਂ ਵਾਪਸੀ ਕਰਨੀ ਆ ਜੀ। ਉਸੇ ਕਰਕੇ ਕਹਿ ਰਹੇ ਹੋ ਤੁਸੀਂ ਸਖਤ ਫੈਸਲੇ ਕਰ ਰਹੇ, ਅਸੀਂ ਮਜ਼ਬੂਤ ਸਰਕਾਰ ਆ। ਲੇਕਿਨ ਜਦੋਂ ਤੁਹਾਡੀ ਹੁਣ ਮਜ਼ਬੂਤੀ ਨੂੰ ਮਜਬੂਰੀ ਬਣਾ ਦਿੱਤਾ ਗਿਆ
ਕੀ ਤੁਸੀਂ ਵੋਟਾਂ ਲੈਣ ਲੋਕਾਂ ਦੇ ਘਰਾਂ 'ਚ ਨਹੀਂ ਗਏ ਜੀ? ਤੁਹਾਨੂੰ ਲੋਕਾਂ ਨੇ ਕੀ ਜਵਾਬ ਦਿੱਤਾ? ਫਿਰ ਲੋਕਾਂ ਦੀ ਜਿੱਦ ਜਿਹੜੀ ਆ, ਤੁਸੀਂ ਕਿਸਾਨ ਜਥੇਬੰਦੀਆਂ ਦੀ ਜਿੱਦ ਨਾ ਮੰਨੋ, ਤੁਸੀਂ ਲੋਕਾਂ ਦੀ ਜਿੱਦ ਮੰਨੋ ਕਿ ਅਸੀਂ ਖਤਮ ਹੋ ਰਹੇ ਹਾਂ। ਤੁਸੀਂ ਆਪਣੇ ਖਤਮ ਹੋਣ ਦਾ ਰੌਲਾ ਪਾ ਰਹੇ ਹੋ ਨਾ, ਤੁਸੀਂ ਲੋਕਾਂ ਨੂੰ ਖਤਮ ਹੁੰਦਿਆਂ ਕਿਉਂ ਦੇਖ ਕੇ ਖੁਸ਼ ਹੋ ਰਹੇ ਹੋ ਫਿਰ? ਜੀ, ਮੈਂ ਦੋਸਤੋ ਇਸ ਪ੍ਰੋਗਰਾਮ ਨੂੰ ਬਹੁਤ ਅੱਗੇ, ਕਿਉਂਕਿ ਤੁਹਾਡੇ ਕੋਲ ਸਮੇਂ ਦੀ ਬੜੀ ਕਿੱਲਤ ਹੁੰਦੀ ਹੈ, ਮੈਨੂੰ ਪਤਾ ਹੈ, ਖਾਸ ਤੌਰ ਤੇ ਸਾਡੇ ਇੰਡੀਅਨ ਮਿੱਤਰ ਜਿਹੜੇ ਆ ਇਸ ਖਿੱਤੇ 'ਚ ਬੈਠੇ ਲੋਕਾਂ ਦੇ ਕੰਮਕਾਜ ਸਵੇਰੇ ਪ੍ਰਭਾਵਿਤ ਹੁੰਦੇ ਆ, ਲੇਕਿਨ ਦੂਰ ਦੇਸ਼ਾਂ 'ਚ ਬੈਠੇ ਸਾਡੇ ਆਪਣੇ ਜਿਹੜੇ ਵਸਦੇ ਤਾਂ ਉੱਥੇ ਆ, ਰੋਜੀ ਰੋਟੀ ਉੱਥੋਂ ਕਮਾਉਂਦੇ ਆ, ਲੇਕਿਨ ਜਜ਼ਬਾਤੀ ਤੌਰ ਤੇ ਜੀਂਦੇ ਆਪਣੇ ਧਰਤੀ ਤੇ ਆ ਜਿੱਥੋਂ ਜੰਮੇ ਪਲੇ ਨੇ, ਆਪਣੇ ਪਰਿਵਾਰਾਂ 'ਚ ਰਿਸ਼ਤੇਦਾਰੀਆਂ ਦੇ ਮੋਹ ਦੇ ਬੰਧਨਾਂ ਤੋਂ ਬਾਹਰ ਨਹੀਂ ਹੁੰਦੇ, ਉਹਨਾਂ ਲੋਕਾਂ ਦੀ ਸ਼ਾਮ ਹੈ। ਖਾਸ ਤੌਰ ਤੇ ਅਮਰੀਕਾ ਕੈਨੇਡਾ ਦਾ ਜਦੋਂ ਜ਼ਿਕਰ ਕਰਦੇ ਆ, ਹਾਲਾਂਕਿ ਦੁਨੀਆ ਦੇ ਹਰੇਕ ਖਿੱਤੇ 'ਚੋਂ ਜਦੋਂ ਤੁਸੀਂ ਸਰਪ੍ਰਸਤੀ ਦਿੰਦੇ ਹੋ, ਜੁੜਦੇ ਹੋ, ਤੇ ਅਸੀਂ ਮਾਣ ਨਾਲ ਚੌੜੇ ਨਹੀਂ ਹੁੰਦੇ, ਅਸੀਂ ਜ਼ਿੰਮੇਵਾਰੀ ਨਾਲ ਲਬਰੇਜ਼ ਵੀ ਹੁੰਦੇ ਆ ਕਿ ਅਸੀਂ ਆਪਣੇ ਵੱਲੋਂ ਕਿਸੇ ਵੀ ਧਿਰ ਦਾ ਕੋਈ ਦਿਲ ਨਾ ਦਿਖਾਈਏ। ਲੇਕਿਨ ਜਦੋਂ ਨਿਰਖ ਪੜਚੋਲ ਕਰਨੀ ਹੁੰਦੀ ਹੈ, ਜਦੋਂ ਮੁਲਾਂਕਣ ਕਰਨੇ ਹੁੰਦੇ ਆ, ਉਹਦੇ ਵਿੱਚ ਕੋਈ ਨਾ ਤਾਂ ਜ਼ਿਆਦਤੀ ਕਿਸੇ ਨਾਲ ਹੋਵੇ, ਲੇਕਿਨ ਨਾ ਕਿਸੇ ਦੀ ਫੇਵਰ ਕਰੀਏ। ਲੇਕਿਨ ਵਿਅਕਤੀ ਹੈ, ਇਨਸਾਨ ਹੈ, ਇਹਦੇ ਵਿੱਚ ਕਮੀਆਂ ਤਾਂ ਰਹਿ ਜਾਂਦੀਆਂ। ਤੁਸੀਂ ਸਾਨੂੰ ਸਾਡੀਆਂ ਕਮੀਆਂ ਦੱਸਦੇ ਰਿਹਾ ਕਰੋ, ਅਸੀਂ ਹਮੇਸ਼ਾ ਤੁਹਾਡੇ ਰਹਿਣੀ ਹੈ। ਲੇਕਿਨ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀ ਆ, ਅੱਗੇ ਵੀ ਕੀਤੀ ਸੀ, ਕਿ ਜਿੰਨੇ ਵੀ ਜਿਸ ਵੀ ਦੋਸਤ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਖਾਸ ਤੌਰ ਤੇ YouTube ਤੇ, ਉਹਨੂੰ ਜ਼ਰੂਰ ਕਲਿੱਕ ਕਰ ਲਓ ਤੇ ਜਿਹੜਾ ਉਹ ਬਟਨ ਹੈ ਘੰਟੀ ਵਾਲਾ, ਉਹਨੂੰ ਦਬਾ ਲਓ, ਤਾਂ ਕਿ ਜਦੋਂ ਅਸੀਂ ਤੁਹਾਨੂੰ ਜਦੋਂ ਲਾਈਵ ਹੁੰਨੇ ਆ ਮਾਰਨਿੰਗ ਦੇ ਵਿੱਚ, ਤੁਹਾਨੂੰ ਇੱਕ ਤਰ੍ਹਾਂ ਨਾਲ ਨੋਟੀਫਿਕੇਸ਼ਨ ਚੱਲ ਜੇ, ਜਾਂ ਕੋਈ ਘਟਨਾਕ੍ਰਮ ਐਸਾ ਵਾਪਰਦਾ ਜਿਹਦੇ ਵਿੱਚ ਤੁਸੀਂ ਸਾਨੂੰ ਸੁਣਨਾ ਚਾਹ ਰਹੇ ਹੋ, ਤੇ ਤੁਹਾਡੇ ਤੱਕ ਉਹ ਇੱਕ ਸਾਧਨ ਹੈ ਕਿ ਤੁਹਾਡੇ ਫੋਨ ਕਾਲ ਤੇ, ਤੁਹਾਡੇ ਫੋਨ ਸਕਰੀਨ ਤੇ ਇੱਕ ਬੈਲ ਜਾਂ ਇੱਕ ਨੋਟੀਫਿਕੇਸ਼ਨ ਆ ਜਾਏਗਾ। ਇਹ ਰਿਸ਼ਤੇ ਬੜੇ ਬਿਹਤਰ ਰਿਸ਼ਤੇ ਆ, ਔਰ ਤੁਹਾਡੇ ਨਾਲ ਰਿਸ਼ਤੇ ਦੇ ਵਿੱਚ ਅਸੀਂ ਤਸੱਲੀ ਸਕੂਨ 'ਚ ਹੈ। ਕਿਸੇ ਵੀ ਦਿਸ਼ਾ ਦੇ ਵਿੱਚ ਕੁਝ ਵੀ ਘਟਨਾਵਾਂ ਵਾਪਰਦੀਆਂ ਅਸੀਂ ਲੈ ਕੇ ਹਾਜ਼ਰ ਹੁੰਨੇ ਆ। ਇੱਕ ਖਾਸ ਕੇਸ ਸੀਗਾ ਜਿਹੜਾ MJ ਅਕਬਰ ਸੀਗੇ, ਪੁਰਾਣੇ ਕਾਲਮਨਿਸਟ ਸੀ, ਪੱਤਰਕਾਰ ਸੀ ਵੱਡੇ, ਜਿਹੜੇ ਮੁੜ ਕੇ ਮੰਤਰੀ ਵੀ ਬਣ ਜਾਂਦੇ ਆ। ਉਹਨਾਂ ਦੇ ਉੱਤੇ ਇੱਕ ਉਹਨਾਂ ਦੀ ਪੁਰਾਣੀ ਕਲੀਗ ਨੇ ਕੇਸ ਕੀਤਾ ਸੀਗਾ, ਜਿਹਦੇ ਵਿੱਚ ਰਮਾਨੀ ਉਹਨਾਂ ਨੂੰ ਬਰੀ ਕਰਤਾ ਗਿਆ, ਔਰ ਜਿਹੜਾ ਅਦਾਲਤ ਨੇ ਮਾਣਹਾਨੀ ਦਾ ਇੱਕ ਗੱਲ ਦੱਸੀ ਹੈ, ਉਹ ਬੜਾ ਪਿਆਰਾ ਜਿਹਾ ਇੱਕ ਸੈਂਟੈਂਸ ਸੀਗਾ ਕਿ ਮਾਣਹਾਨੀ ਜ਼ਰੂਰੀ ਨਹੀਂ ਕਿ ਵੱਡੇ ਲੋਕਾਂ ਦੀ ਹੁੰਦੀ ਆ। ਜਦੋਂ ਤੁਸੀਂ ਕਦੇ ਵੀ ਕੋਈ ਗੁਨਾਹ ਕੀਤਾ ਹੋਵੇ, ਸਾਲਾਂ ਬਾਅਦ, ਦਹਾਕਿਆਂ ਬਾਅਦ ਵੀ ਔਰਤਾਂ ਖਾਸ ਤੌਰ ਤੇ ਉਹਦੇ ਇਨਸਾਫ ਲਈ ਆਪਣੀ ਗੱਲ ਕਰ ਸਕਦੀਆਂ। ਔਰ ਦੂਜੇ ਬੰਨੇ ਜਿਹੜਾ ਦਿੱਲੀ ਦੇ ਵਿੱਚ ਅਦਾਲਤ ਨੇ ਇਹ ਕਿਹਾ ਕਿ ਤੁਸੀਂ ਦੇਸ਼ ਧਰੋਹ ਦੀ ਧਾਰਾ ਹਰ ਜਗ੍ਹਾ ਨਾ ਲਾਓ, ਤੇ ਤੀਜੇ ਬੰਨੇ ਉਹ ਸੰਸਦੀ ਕਮੇਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਭਾਰਤ ਨੂੰ ਚਮਕਦਾਰ ਭਾਰਤ ਬਣਿਆ ਰਹਿਣ ਦੀਏ, ਔਰ ਪੁਲਿਸ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਹਰ ਜਗ੍ਹਾ ਦੇ ਉੱਤੇ ਨੱਪਣ ਨਪੀੜਨ ਵਾਲੀ ਕਾਰਵਾਈ ਨਾ ਕਰੋ। ਸੋ ਦੋਸਤੋ, ਤੁਸੀਂ ਸਾਡੇ ਨਾਲ ਜੁੜਦੇ ਹੋ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ।